ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਹਾਊਸਿੰਗ ਮਾਰਕੀਟ ਸੰਬੰਧੀ ਸਿੱਧੇ ਸਵਾਲਾਂ ਤੋਂ ਕਿਨਾਰਾ ਕਰਦੇ ਨਜ਼ਰ ਆਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਇਸ ਦਾ ਤੁਰੰਤ ਕੋਈ ਨਹੀਂ ਹੱਲ। ਐਬਸਫੋਰਡ ਦੇ ਵਿੱਚ ਬੇਘਰ ਤੇ ਨਸ਼ਾਖੋਰੀ ਤੋਂ ਠੀਕ ਹੋ ਰਹੇ ਲੋਕਾਂ ਲਈ ਉਸਾਰੇ ਜਾਣਗੇ ਘਰ। 60 ਨਵੇਂ ਸਹਾਇਕ ਘਰਾਂ ਦੀ ਉਸਾਰੀ ਦਾ ਕੰਮ ਸ਼ੁਰੂ। ਡਾਟਾ ਸੁਰੱਖਿਆ ਉਲੰਘਣਾ ਦੇ ਕਾਰਨ ਸਨਵਿੰਗ ਉਡਾਨਾਂ ਦੇ ਵਿੱਚ ਦੇਰੀ ਜਾਰੀ। ਅਜੇ ਵੀ ਤਕਨੀਕੀ ਖਰਾਬੀ ਦਾ ਸਨਵਿੰਗ ਕਰ ਰਹੀ ਹੈ ਸਾਹਮਣਾ। ਜਿੱਥੇ ਖਬਰਾਂ ਵਿਸਥਾਰ ਦੇ ਨਾਲ ਔਰ ਸਭ ਤੋਂ ਪਹਿਲਾਂ ਦੱਸਦੇ ਕਿ ਹਾਊਸਿੰਗ ਮਾਰਕੀਟ ਦੇ ਵਿੱਚ ਇਸ ਵੇਲੇ ਗਰਮਾਹਟ ਕਾਫੀ ਚੱਲ ਰਹੀ ਹੈ, ਕਿਉਂਕਿ ਬੇਸ਼ੱਕ ਬਜਟ ਜਿਹੜਾ ਉਹ ਰੱਖ ਦਿੱਤਾ ਗਿਆ ਹੈ, ਪਰ ਫਿਰ ਵੀ ਜਿਹੜੇ ਲੋਕ ਨੇ ਖਾਸ ਕਰਕੇ ਜਿਹੜੇ ਘਰਾਂ ਦੀਆਂ ਕੀਮਤਾਂ ਨੂੰ ਲੈ ਕੇ ਪਰੇਸ਼ਾਨ ਨੇ, ਉਹ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਨੇ। ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਸ ਤਰੀਕੇ ਨਾਲ ਦੌਰੇ ਤੇ ਨੇ, ਤਾਂ ਇਸ ਦੌਰੇ ਦੌਰਾਨ ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਨੌਜਵਾਨਾਂ ਵੱਲੋਂ ਕੀਤੇ ਗਏ, ਜਿਹਦੇ ਵਿੱਚ ਨੌਜਵਾਨਾਂ ਦਾ ਖਾਸ ਤੌਰ ਤੇ ਇਹ ਸਵਾਲ ਸੀਗਾ ਕਿ ਉਹ ਹਾਊਸਿੰਗ ਮਾਰਕੀਟ ਲਈ ਅੱਗੇ ਕੀ ਵਿਕਲਪ ਦੇਖ ਸਕਦੇ ਨੇ, ਪ੍ਰਾਈਸ ਕਦੋਂ ਘਟਣਗੇ, ਕਿਉਂਕਿ ਉਹਨਾਂ ਦਾ ਜਿਹੜੇ ਘਰ ਖਰੀਦਣ ਦਾ ਸੁਪਨਾ ਹੈ ਉਹ ਅਧੂਰਾ ਪਿਆ ਹੈ, ਜਿਸ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟਾਲਾ ਵੱਟਦੇ ਨਜ਼ਰ ਆਏ। ਯਾਨੀ ਕਿ ਉਹਨਾਂ ਨੇ ਕੋਈ ਇਸ ਤੇ ਖਾਸ ਪ੍ਰਤੀਕਿਰਿਆ ਨਹੀਂ ਦਿੱਤੀ। ਇਹ ਜ਼ਰੂਰ ਕਿਹਾ ਹੈ ਕਿ ਇਹ ਫਿਲਹਾਲ ਦੇ ਮੌਜੂਦਾ ਸਮੇਂ ਦੇ ਵਿੱਚ ਤਾਂ ਜਲਦੀ ਜਿਹੜਾ ਹੈ ਉਹ ਮੁਮਕਿਨ ਨਹੀਂ ਹੈ। ਯਾਨੀ ਕਿ ਕਿਤੇ ਨਾ ਕਿਤੇ ਉਹਨਾਂ ਚਿੰਤਾ ਇਸ ਸੰਬੰਧੀ ਨੌਜਵਾਨਾਂ ਨੇ ਜ਼ਰੂਰ ਜਤਾਈ ਹੈ ਕਿ ਕਦੋਂ ਹਾਊਸਿੰਗ ਮਾਰਕੀਟ ਦੇ ਵਿੱਚ ਤਬਦੀਲੀ ਆ ਸਕਦੀ ਹੈ, ਪਰ ਇਸ ਸੰਬੰਧੀ ਉਹਨਾਂ ਨੂੰ ਕੋਈ ਪੁਖਤਾ ਜਵਾਬ ਨਹੀਂ ਮਿਲਿਆ। ਹਾਊਸਿੰਗ ਮਾਰਕੀਟ ਦੇ ਵਿੱਚ ਅੱਗੇ ਕਿਵੇਂ ਦੇ ਬਦਲਾਅ ਆਉਣਗੇ, ਇਹ ਸਵਾਲ ਇਸ ਵੇਲੇ ਹਰ ਕੋਈ ਕਰ ਰਿਹਾ ਹੈ, ਜਿਸ ਦਾ ਜਵਾਬ ਦੇਣ ਤੋਂ ਕਿਨਾਰਾ ਕਰਦੇ ਹੋਏ ਨਜ਼ਰ ਆਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ। ਤਾਜ਼ਾ ਫੈਡਰਲ ਬਜਟ ਨੂੰ ਪੇਸ਼ ਕਰਨ ਤੇ ਕੰਟਰੀ ਟੂਰ ਕਰਦੇ ਹੋਏ ਜਦੋਂ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਸਿੱਧੇ ਸਵਾਲ ਪੁੱਛੇ ਕਿ ਉਹ ਮਾਰਕੀਟ ਦੇ ਵਿੱਚ ਵਾਪਸੀ ਕਰਨਗੇ ਜਾਂ ਨਹੀਂ, ਤਾਂ ਟਰੂਡੋ ਉਸ ਜਵਾਬ ਤੋਂ ਭੱਜਦੇ ਨਜ਼ਰ ਆਏ। ਇਹ ਉਦੋਂ ਹੋਇਆ ਜਦੋਂ 20 ਤੋਂ 30 ਦੇ ਦਹਾਕੇ ਵਿੱਚ ਬਹੁਤ ਸਾਰੇ ਲੋਕ ਵੈਨਕੂਵਰ ਤੇ ਟੋਰਾਂਟੋ ਵਰਗੇ ਖੇਤਰਾਂ ਦੇ ਵਿੱਚ ਰਿਕਾਰਡ ਤੋੜ ਰਿਹਾਇਸ਼ੀ ਕੀਮਤਾਂ ਦੇ ਨਾਲ ਆਪਣਾ ਘਰ ਬਣਾਉਣ ਦਾ ਸੁਪਨਾ ਹੋਰ ਵੀ ਦੂਰ ਦੇਖ ਰਹੇ ਨੇ। ਟਰੂਡੋ ਨੇ ਕਿਹਾ ਕਿ ਉਹ ਉਹਨਾਂ ਨੌਜਵਾਨਾਂ ਦੀ ਗੱਲ ਸੁਣ ਰਹੇ ਨੇ ਜੋ ਚਿੰਤਤ ਨੇ, ਪਰ ਸਵੀਕਾਰ ਕਰਦੇ ਨੇ ਕਿ ਰਸਤੇ ਵਿੱਚ ਇਸ ਦਾ ਕੋਈ ਫੌਰੀ ਹੱਲ ਨਹੀਂ ਹੈ। ਟਰੂਡੋ ਨੇ ਓਨਟਾਰੀਓ ਦੇ ਵਿੱਚ ਕਿਹਾ ਹੈ ਕਿ ਪਿਛਲੇ ਸਾਲਾਂ ਤੋਂ ਇਮੀਗ੍ਰੇਸ਼ਨ ਤੇ ਹੋਰ ਚੀਜ਼ਾਂ ਨਾਲ ਸਾਡੀ ਆਬਾਦੀ ਵਧ ਰਹੀ ਹੈ ਤੇ ਰਿਹਾਇਸ਼ ਦੀ ਉਸਾਰੀ ਨਹੀਂ ਹੋਈ ਹੈ, ਜੋ ਇੱਕ ਅਸਲ ਸਮੱਸਿਆ ਹੈ। ਇਸ ਲਈ ਅਸੀਂ ਇੱਕ ਪਹਿਲਕਦਮੀ ਤੇ ਕੰਮ ਕਰ ਰਹੇ ਹਾਂ। ਆਉਣ ਵਾਲੇ ਸਾਲਾਂ ਵਿੱਚ ਨਵੇਂ ਮਕਾਨਾਂ ਦੀ ਉਸਾਰੀ ਨੂੰ ਦੁੱਗਣਾ ਕਰਨ ਦੇ ਲਈ ਨਗਰਪਾਲਿਕਾਵਾਂ ਲਈ $4 ਬਿਲੀਅਨ ਰੱਖੇ ਗਏ ਨੇ। ਟਰੂਡੋ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਨੌਜਵਾਨਾਂ ਨੂੰ ਇੱਕ ਸਥਿਰ ਆਧਾਰ ਬਣਾਉਣ ਦੇ ਯੋਗ ਹੋਣਾ ਚਾਹੀਦਾ ਹੈ, ਜਿਸ ਦੇ ਨਾਲ ਉਹ ਆਪਣਾ ਪਰਿਵਾਰ ਸ਼ੁਰੂ ਕਰਨਾ ਚਾਹੁੰਦੇ ਨੇ। ਇਸ ਸਰਕਾਰ ਦਾ ਬਜਟ ਤੇ ਫੋਕਸ ਹੁਣ ਇਸ ਉੱਤੇ ਹੈ, ਪਰ ਇਹ ਆਸਾਨ ਨਹੀਂ ਹੋਵੇਗਾ। ਗਰਮ ਹੋਈ ਹਾਊਸਿੰਗ ਮਾਰਕੀਟ ਨੂੰ ਹੱਲ ਕਰਨ ਦੇ ਵਾਅਦੇ ਸਰਕਾਰ ਦੇ ਲਗਭਗ ਸਾਰੇ ਪੱਧਰਾਂ ਤੋਂ ਆ ਰਹੇ ਨੇ, ਪਰ ਆਲੋਚਕਾਂ ਦਾ ਕਹਿਣਾ ਹੈ ਕਿ ਸੰਘਰਸ਼ ਕਰ ਰਹੇ ਲੋਕਾਂ ਦੀ ਸਿੱਧੀ ਮਦਦ ਕਰਨ ਲਈ ਇਹ ਕਾਫੀ ਨਹੀਂ ਹੈ। ਫੈਡਰਲ ਬਜਟ ਨੇ ਕੈਨੇਡੀਅਨਾਂ ਨੂੰ ਬੈਂਕ ਆਫ ਕੈਨੇਡਾ ਦੇ ਵਿਆਜ ਦਰਾਂ ਵਿੱਚ ਵਾਧੇ ਦੇ ਮੌਸਮ ਵਿੱਚ ਮਦਦ ਕਰਨ ਲਈ ਉਪਾਅ ਪੇਸ਼ ਕੀਤੇ, ਜਿਸ ਵਿੱਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਟੈਕਸ ਮੁਕਤ ਬਚਤ ਖਾਤਾ ਵੀ ਸ਼ਾਮਿਲ ਹੈ। ਇਸ ਵਿੱਚ ਵਿਦੇਸ਼ੀ ਖਰੀਦਦਾਰਾਂ ਤੇ ਕ੍ਰੈਕਡਾਊਨ ਤੇ ਮਾਰਕੀਟ ਪਹੁੰਚ ਨੂੰ ਸੀਮਿਤ ਕਰਕੇ ਅਟਕਲਾਂ ਵੀ ਸ਼ਾਮਿਲ ਨੇ। ਇਸ ਦੌਰਾਨ ਵੈਨਕੂਵਰ ਦੇ ਮੇਅਰ ਕੈਨੇਡੀ ਸਟੀਵਰਟ ਸ਼ਹਿਰ ਦੇ ਵਿੱਚ ਖਾਲੀ ਘਰਾਂ ਦੀ ਗਿਣਤੀ ਨੂੰ ਮਿਟਾਉਣ ਦੀ ਉਮੀਦ ਦੇ ਵਿੱਚ ਅਗਲੇ ਸਾਲ ਖਾਲੀ ਘਰਾਂ ਦੇ ਟੈਕਸ ਨੂੰ 3 ਤੋਂ ਵਧਾ ਕੇ 5% ਕਰਨ ਦਾ ਪ੍ਰਸਤਾਵ ਪੇਸ਼ ਕਰ ਰਹੇ ਨੇ। ਇਹ ਵੈਨਕੂਵਰ ਲਈ ਜਨਗਣਨਾ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਰਿਹਾਇਸ਼ੀ ਸੰਕਟ ਜਾਰੀ ਹੈ ਤੇ ਮਾਲਕੀ ਦੀ ਬਜਾਏ ਕਿਰਾਏ ਤੇ ਲੈਣ ਦਾ ਵਿਕਲਪ ਬਹੁਤ ਸਾਰੇ ਲੋਕਾਂ ਨੂੰ ਲੈਣਾ ਪੈ ਰਿਹਾ ਹੈ। ਇਹ ਪਾਇਆ ਜਾਂਦਾ ਹੈ ਕਿ ਸ਼ਹਿਰ ਦੇ ਵਿੱਚ ਅਜੇ ਵੀ ਕਿਰਾਏ ਦੀਆਂ ਖਾਲੀ ਅਸਾਮੀਆਂ ਦੀਆਂ ਘੱਟ ਦਰਾਂ, ਵੱਧ ਰਹੇ ਕਿਰਾਏ ਤੇ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਨੇ। ਸਟੀਵਰਟ ਦੇ ਮੋਸ਼ਨ ਦੇ ਵਿੱਚ ਪਹਿਲੇ ਮਹੀਨੇ ਦੇ ਅੰਤ ਵਿੱਚ ਕਾਉਂਸਲ ਅੱਗੇ ਜਾਣ ਲਈ ਤੈਅ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਆਡਿਟਾਂ ਦੀ ਗਿਣਤੀ ਵੀ ਦੁੱਗਣੀ ਹੋ ਜਾਵੇਗੀ, ਕਿਉਂਕਿ ਸਟਾਫ ਦੁਆਰਾ ਪ੍ਰਦਾਨ ਕੀਤੀ ਗਈ ਵਾਧੂ ਜਾਣਕਾਰੀ ਦਿਖਾਉਂਦੀ ਹੈ ਕਿ ਸਿਟੀ ਆਫ ਵੈਨਕੂਵਰ ਦੇ ਸਟਾਫ ਨੇ 2019 ਵਿੱਚ 8,000 ਤੋਂ ਵੱਧ ਕੇ 2020 ਦੇ ਵਿੱਚ 9,000 ਤੋਂ ਵੱਧ ਆਡਿਟ ਕੀਤੇ। ਨਾਲ ਹੀ ਇਹ ਵੀ ਦੇਖੋ ਕਿ ਕਿਵੇਂ ਛੋਟਾਂ ਨੂੰ ਸੁਧਾਰਿਆ ਜਾ ਸਕਦਾ ਹੈ, ਜਿਨ੍ਹਾਂ ਦੇ ਕੋਲ ਖਾਲੀ ਘਰ ਹੋਣ ਦੇ ਜਾਇਜ਼ ਕਾਰਨ ਨੇ। ਉਹ ਵੀ ਉਮੀਦ ਕਰ ਰਹੇ ਨੇ ਕਿ ਸਟਾਫ ਨੂੰ ਇਹ ਰਿਪੋਰਟ ਕਰਨ ਦੇ ਲਈ ਨਿਰਦੇਸ਼ ਦਿੱਤਾ ਜਾ ਸਕਦਾ ਹੈ ਕਿ ਕੀ ਦਰ ਨੂੰ 10% ਤੱਕ ਵਧਾਉਣ ਦੇ ਨਾਲ ਕਿਰਾਇਆ ਸਟਾਕ ਹੋਰ ਵੱਧ ਸਕਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਐਬਸਫੋਰਡ ਦੇ ਵਿੱਚ ਬੇਘਰ ਜਿਹੜੇ ਲੋਕ ਨੇ ਉਹਨਾਂ ਲਈ ਘਰ ਉਸਾਰਨ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਚੁੱਕਿਆ, ਔਰ ਖਾਸ ਕਰਕੇ ਇਹਦੇ ਵਿੱਚ ਉਹ ਲੋਕ ਨੇ ਜਿਹੜੇ ਕਿ ਨਸ਼ਾਖੋਰੀ ਦੀ ਦੁਨੀਆ ਦੇ ਵਿੱਚੋਂ ਬਾਹਰ ਆ ਰਹੇ ਨੇ, ਕਿਸੇ ਕਾਰਨ ਮਾਨਸਿਕ ਸੰਤੁਲਨ ਦਾ ਸਾਹਮਣਾ ਕਰ ਰਹੇ ਨੇ, ਕਈਆਂ ਨੂੰ ਰਹਿਣ ਬਸੇਰੇ ਦੀ ਬਹੁਤ ਜ਼ਿਆਦਾ ਲੋੜ ਹੈ, ਉਹਨਾਂ ਦੇ ਲਈ ਇਹ ਜਿਹੜੇ ਉਸਾਰੇ ਜਾ ਰਹੇ ਨੇ ਘਰ, ਔਰ 60 ਦੇ ਕਰੀਬ ਇਹ ਘਰ ਉਹਨਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੂੰ ਖਾਸ ਤੌਰ 'ਤੇ ਇਸ ਦੀ ਲੋੜ ਹੈ। ਇਸ ਦੇ ਵਿੱਚ ਉਹਨਾਂ ਸਾਰੀਆਂ ਫੈਸਿਲਿਟੀਆਂ ਦੇ ਜਿਹੜੀ ਹੈ ਉਹ ਵੀ ਮੰਗ ਰੱਖੀ ਜਾ ਰਹੀ ਸੀ, ਉਹ ਫੈਸਿਲਿਟੀਆਂ ਦਾ ਵੀ ਧਿਆਨ ਰੱਖਿਆ ਜਾਏਗਾ ਜਿਹਦੇ ਵਿੱਚ ਇਹਨਾਂ ਲੋਕਾਂ ਨੂੰ ਖਾਸ ਤੌਰ 'ਤੇ ਹਰ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਉਹ ਦੇਖਦੇ ਹਾਂ ਇਸ 'ਤੇ ਰਿਪੋਰਟ।
ਐਬਸਫੋਰਡ ਦੇ ਵਿੱਚ ਨਸ਼ਾਖੋਰੀ ਤੋਂ ਠੀਕ ਹੋ ਰਹੇ ਤੇ ਬੇਘਰੀ ਦੇ ਖਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਲਈ 60 ਨਵੇਂ ਸਹਾਇਕ ਘਰਾਂ ਦੀ ਉਸਾਰੀ ਚੱਲ ਰਹੀ ਹੈ। ਇਹ ਪ੍ਰੋਜੈਕਟ ਇਸ ਗੱਲ ਦੀ ਮਿਸਾਲ ਵੀ ਹੈ ਕਿ ਕਿਵੇਂ ਸਰਕਾਰ ਭਾਈਵਾਲੀ ਅਧੀਨ ਕੰਮ ਕਰ ਰਹੀ ਹੈ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਲੋੜਵੰਦ ਲੋਕਾਂ ਦੀ ਆਪਣੇ ਪੈਰਾਂ ਤੇ ਦੁਬਾਰਾ ਖੜੇ ਹੋਣ ਦੇ ਵਿੱਚ ਮਦਦ ਕਰਨ ਲਈ ਉਹਨਾਂ ਨੂੰ ਸਹਾਇਤਾ ਸਾਧਨਾਂ ਵਾਲੇ ਘਰ ਹਾਸਲ ਹੋ ਸਕਣ। ਪੈਮ ਅਲੈਕਸਿਸ ਐਬਸਫੋਰਡ ਮਿਸ਼ਨ ਦੇ ਲਈ MLA ਨੇ ਕਿਹਾ ਹੈ ਕਿ ਇਹ ਬੇਹੱਦ ਲੋੜੀਂਦੇ ਘਰ ਮੁਹੱਈਆ ਕਰਾਉਣ ਲਈ ਅਸੀਂ ਕਿੰਗ ਹੇਵਨ ਪੀਅਰ ਡੌਨਵਿਲੇ ਹਾਊਸ ਸੁਸਾਇਟੀ ਨਾਲ ਮਿਲ ਕੇ ਕੰਮ ਕਰਨ ਦੇ ਮੌਕੇ ਲਈ ਧੰਨਵਾਦੀ ਹਾਂ। 31220 ਕਿੰਗ ਰੋਡ ਤੇ ਸਥਿਤ ਇਹ 6 ਮੰਜ਼ਲਾ ਲੱਕੜ ਦੇ ਫਰੇਮ ਵਾਲੀ ਇਮਾਰਤ ਰਾਹੀਂ 60 ਸਟੂਡੀਓ ਯੂਨਿਟ ਮੁਹੱਈਆ ਕਰਾਏ ਜਾਣਗੇ, ਜਿਸ ਵਿੱਚ 5 ਜਿਹੜੇ ਨੇ ਉਹ ਅਪੰਗਤਾ ਵਾਲੇ ਲੋਕਾਂ ਦੁਆਰਾ ਪਹੁੰਚਯੋਗ ਯੂਨਿਟ ਹੋਣਗੇ। ਇਸ ਇਮਾਰਤ ਦੇ ਮੁੱਖ ਫਲੋਰ ਤੇ ਇੱਕ ਰਸੋਈ ਤੇ ਖਾਣਾ ਖਾਣ ਵਾਲੇ ਕਮਰੇ ਦੇ ਨਾਲ-ਨਾਲ ਕਾਉਂਸਲਿੰਗ ਆਫਿਸ ਵੀ ਹੋਣਗੇ। ਇੱਕ ਸ਼ਹਿਰ ਦੇ ਤੌਰ ਤੇ ਸਾਡੇ ਭਾਈਚਾਰੇ ਦੇ ਵੱਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਸੂਬਾ ਸਰਕਾਰ ਵੱਲੋਂ ਕੀਤੇ ਨਿਵੇਸ਼ਾਂ ਲਈ ਅਸੀਂ ਸੱਚੇ ਦਿਲੋਂ ਸ਼ੁਕਰਗੁਜ਼ਾਰ ਹਾਂ। ਹੈਨਰੀ ਬ੍ਰਾਉਨ ਨੇ ਜਿਹੜੇ ਮੇਅਰ ਉਹਨਾਂ ਇਸ ਸੰਬੰਧੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਕਿੰਗ ਹੇਵਨ ਤੇ ਬਣ ਰਹੀਆਂ ਸਹਾਇਕ ਰਿਹਾਇਸ਼ਾਂ ਸਾਡੀ ਹੋਮਲੈਸਨੈਸ ਐਕਸ਼ਨ ਪਲਾਨ ਨਾਲ ਮੇਲ ਖਾਂਦੀਆਂ ਨੇ ਤੇ ਸਾਡੇ ਭਾਈਚਾਰੇ ਦੇ ਵਿੱਚ ਜਾਰੀ ਰਿਹਾਇਸ਼ਾਂ ਦੇ ਨਿਰੰਤਰ ਸਿਲਸਿਲੇ ਵਿੱਚ ਇਜ਼ਾਫਾ ਕਰਨ ਦੇ ਨਾਲ-ਨਾਲ ਅੰਤਰਿਤ ਅਫਸਰਾਂ ਦੀ ਜ਼ਰੂਰਤ ਨੂੰ ਵੀ ਪੂਰਾ ਕਰਦੀਆਂ ਨੇ ਤਾਂ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸੰਘਰਸ਼ ਦੇ ਸਮਾਧਾਨ ਵਿੱਚ ਸਰਗਰਮੀ ਨਾਲ ਮਦਦ ਦੇ ਸਕਣ। ਇਸ ਪ੍ਰੋਜੈਕਟ ਯਾਨੀ ਕਿੰਗ ਹੇਵਨ ਪੀਅਰ ਡੌਨਵਿਲੇ ਹਾਊਸ ਸੁਸਾਇਟੀ ਨਾਲ ਸੰਚਾਲਨ ਇੱਕ ਵਿਕਾਸ ਕਾਰਜ ਦਾ ਤੀਜਾ ਪੜਾਅ ਹੈ। ਨਿਵਾਸੀਆਂ ਨੂੰ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਸਹਾਇਤਾ ਸਾਧਨ ਹਾਸਲ ਹੋਣਗੇ, ਜਿਸ ਵਿੱਚ ਹੁਨਰ ਸਿਖਲਾਈ, ਕੰਮ ਤੇ ਲੱਗਣ ਦੇ ਮੌਕਿਆਂ ਤੱਕ ਪਹੁੰਚ ਅਤੇ ਉਸ ਦੇ ਨਾਲ-ਨਾਲ ਸਿਹਤ, ਮਾਨਸਿਕ ਸਿਹਤ ਤੇ ਨਸ਼ਾਖੋਰੀ ਨਾਲ ਸੰਬੰਧਿਤ ਸੇਵਾਵਾਂ ਵੀ ਸ਼ਾਮਿਲ ਨੇ। ਅੱਜ ਦੀ ਤਰੀਕ ਤੱਕ ਇਸ ਸੁਸਾਇਟੀ ਵੱਲੋਂ 22,000 ਤੋਂ ਵੱਧ ਜ਼ਰੂਰਤਮੰਦ ਪੁਰਸ਼ਾਂ ਦੀ ਸੇਵਾ ਅਤੇ ਸਹਾਇਤਾ ਜਿਹੜੀ ਹੈ ਉਹ ਕੀਤੀ ਗਈ ਹੈ। ਇਸ ਪ੍ਰੋਜੈਕਟ ਨੂੰ ਹਕੀਕਤ ਵਿੱਚ ਬਦਲਣ ਲਈ ਉਹਨਾਂ ਦੀ ਮਦਦ ਵਾਸਤੇ ਸਾਰੇ ਭਾਈਚਾਰੇ ਤੇ ਭਾਈਵਾਲਾ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਅਜਿਹਾ ਕਰਨ ਦਾ ਉਹਨਾਂ ਕਿਹਾ ਹੈ ਕਿ ਇਸ ਤੋਂ ਬਿਹਤਰ ਸਮਾਂ ਹੋਰ ਕੋਈ ਨਹੀਂ ਹੋ ਸਕਦਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਕਈ ਕੰਮ ਅਜਿਹੇ ਹੁੰਦੇ ਨੇ ਜਿਹੜੇ ਕਿ ਨੌਜਵਾਨਾਂ ਦੇ ਲਈ ਖਤਰਨਾਕ ਸਾਬਿਤ ਹੋ ਸਕਦੇ ਨੇ। ਕੰਸਟਰਕਸ਼ਨ ਤੋਂ ਲੈ ਕੇ ਬਹੁਤ ਸਾਰੇ ਅਜਿਹੇ ਕੰਮ ਨੇ ਜਿਸ ਲਈ ਸੂਬਾ ਸਰਕਾਰ ਨੂੰ ਹੁਣ ਲੱਗਦਾ ਹੈ ਕਿ ਇਸ ਦੇ ਉੱਤੇ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ 16 ਸਾਲ ਤੋਂ ਜਿਹੜੇ ਘੱਟ ਉਮਰ ਦੇ ਨੌਜਵਾਨ ਨੇ ਜਾਂ 19 ਸਾਲ ਤੋਂ ਘੱਟ ਉਮਰ ਦੇ ਉਹਨਾਂ ਵਾਸਤੇ ਖਾਸ ਤੌਰ ਤੇ ਕੰਮ ਕਿਹੜੇ ਹੋ ਸਕਦੇ ਨੇ, ਉਹਨਾਂ ਦਾ ਖਾਕਾ ਜਿਹੜਾ ਹੈ ਉਸ ਨੂੰ ਵਿਚਾਰ ਵਟਾਂਦਰੇ ਦੇ ਲਈ ਇੱਕ ਸਾਈਟ ਤਿਆਰ ਕੀਤੀ ਗਈ ਹੈ ਜਿੱਥੇ ਮਾਪਿਆਂ ਨੂੰ ਵੀ ਨਿਯੋਤਾ ਦਿੱਤਾ ਜਾ ਰਿਹਾ ਹੈ ਕਿ ਇਸ ਸਾਈਟ ਤੇ ਆ ਕੇ ਜਿਹੜੇ ਪੈਰੈਂਟਸ ਨੇ ਉਸ ਸੰਬੰਧੀ ਆਪਣਾ ਵਿਚਾਰ ਵਟਾਂਦਰਾ ਸਾਂਝਾ ਕੀਤਾ ਜਾ ਸਕੇ ਤਾਂ ਕਿ ਵਰਕ ਸੇਫ BC ਦੇ ਤਹਿਤ ਜਿਹੜੇ ਨੌਜਵਾਨ ਕੰਮ ਕਰਦੇ ਨੇ ਜਾਂ ਉਹਨਾਂ ਨੂੰ ਕੋਈ ਸੱਟ ਪੇਟ ਲੱਗ ਜਾਂਦੀ ਹੈ ਉਸ ਸੰਬੰਧੀ ਕੋਈ ਉਸ ਦਾ ਨਿਚੋੜ ਕੱਢਿਆ ਜਾ ਸਕੇ ਤੇ ਉਹਨਾਂ ਨੂੰ ਅਜਿਹੇ ਜਿਹੜੀਆਂ ਨੇ ਕਹਿ ਸਕਦੇ ਆ ਕਿ ਅਨਸੇਫ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਸੁਰੱਖਿਆ ਨਹੀਂ ਹੈ ਉਹਨਾਂ ਕੰਮਾਂ ਤੋਂ ਕਿਸੇ ਤਰੀਕੇ ਨਾਲ ਹੱਲ ਕੱਢ ਕੇ ਅਜਿਹੇ ਕੰਮਾਂ ਦੇ ਵਿੱਚ ਲਗਾਇਆ ਜਾ ਸਕੇ ਜਿਹੜੇ ਕਿ ਨੌਜਵਾਨਾਂ ਦੇ ਲਈ ਸੁਰੱਖਿਅਤ ਨੇ। ਇਹ ਕੰਮ ਕਿਹੜੇ ਹੋ ਸਕਦੇ ਨੇ, ਕਿਵੇਂ ਇਸ ਦੀ ਤਿਆਰੀ ਕੀਤੀ ਜਾ ਰਹੀ ਹੈ, ਕੀ ਸਲਾਹ ਮਸ਼ਵਰਾ ਹੋਏਗਾ, ਆਓ ਦੇਖਦੇ ਹਾਂ ਇਸ ਦੀ ਇੱਕ ਰਿਪੋਰਟ। ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਨੂੰ ਇਸ ਬਾਰੇ ਫੀਡਬੈਕ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ ਕਿ ਕਿਸ ਕਿਸਮ ਦੇ ਕੰਮ 16 ਸਾਲ ਤੋਂ ਘੱਟ ਉਮਰ ਦੇ ਤੇ ਕੁਝ ਮਾਮਲਿਆਂ ਵਿੱਚ 19 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਵੱਲੋਂ ਕੀਤੇ ਜਾਣ ਤੇ ਲਿਹਾਜ਼ ਨਾਲ ਬੇਹੱਦ ਖਤਰਨਾਕ ਸਾਬਿਤ ਹੁੰਦੇ ਨੇ। ਸੂਬਾ ਸਰਕਾਰ ਦੇ ਵੱਲੋਂ ਵਿਚਾਰ ਵਟਾਂਦਰੇ ਲਈ ਇੱਕ ਸਾਈਟ ਸ਼ੁਰੂ ਕੀਤੀ ਗਈ ਹੈ ਜਿੱਥੇ ਸਾਂਝੇਦਾਰ ਯਾਨੀ ਕਿ ਸਟੇਕ ਹੋਲਡਰਸ ਅਤੇ ਆਮ ਲੋਕ ਇੱਕ ਤਜਵੀਜ਼ਸ਼ੁਦਾ ਢਾਂਚਾ ਜੋ ਇਸ ਕਿਸਮ ਦੇ ਕੰਮਾਂ ਦਾ ਖਾਕਾ ਪੇਸ਼ ਕਰਦਾ ਹੈ ਜਿਨ੍ਹਾਂ ਨੂੰ ਨੌਜਵਾਨ ਕਾਮਿਆਂ ਲਈ ਖਤਰਨਾਕ ਤੇ ਗੈਰ ਮੁਨਾਸਬ ਕੰਮਾਂ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਦੀ ਸਮੀਖਿਆ ਕਰ ਸਕਦੇ ਨੇ ਤੇ ਉਸ ਬਾਰੇ ਟਿੱਪਣੀ ਵੀ ਕਰ ਸਕਦੇ ਨੇ। ਇਸ ਸਲਾਹ ਮਸ਼ਵਰੇ ਤੱਕ ਸਰਕਾਰ ਦੇ ਵਿਚਾਰ ਵਟਾਂਦਰਾ ਸਾਈਟ ਰਾਹੀਂ ਜਿਹੜੀ ਹੈ ਉਹ ਪਹੁੰਚ ਕੀਤੀ ਜਾ ਸਕਦੀ ਹੈ। ਇਸ ਤਜਵੀਜ਼ਸ਼ੁਦਾ ਢਾਂਚੇ ਨੂੰ ਤਿਆਰ ਕਰਨ ਲਈ ਮੰਤਰਾਲੇ ਦੇ ਸਟਾਫ ਵੱਲੋਂ ਵਰਕਸੇਫ BC ਦੇ ਸੱਟ ਫੇਟ ਲੱਗਣ ਸੰਬੰਧੀ ਆંકੜਿਆਂ ਦੀ ਅਤੇ ਹੋਰਨਾਂ ਇਲਾਕਿਆਂ ਦੇ ਖਤਰਨਾਕ ਰੁਜ਼ਗਾਰ ਨਾਲ ਜੁੜੇ ਲੇਬਰ ਕਾਨੂੰਨਾਂ ਦੀ ਘੋਖ ਪੜਤਾਲ ਕੀਤੀ ਗਈ ਹੈ। ਉਸ ਜਾਣਕਾਰੀ ਦੇ ਆਧਾਰ ਤੇ ਕਈ ਉਦਯੋਗਾਂ ਦੀ ਸ਼ਨਾਖਤ ਕੀਤੀ ਗਈ ਹੈ ਤੇ ਇਹਨਾਂ ਨੂੰ ਨੌਜਵਾਨ ਲੋਕਾਂ ਲਈ BC ਦੇ ਖਤਰਨਾਕ ਕੰਮ ਨਾਲ ਸੰਬੰਧਿਤ ਨਿਯਮ ਲਾਗੂ ਕਰਨ ਲਈ ਵਿਚਾਰਿਆ ਜਾ ਰਿਹਾ ਹੈ। ਇਹਨਾਂ ਵਿੱਚ ਕੰਸਟਰਕਸ਼ਨ, ਜੰਗਲਾਤ, ਫੂਡ ਪ੍ਰੋਸੈਸਿੰਗ ਤੇ ਇਸ ਤੋਂ ਇਲਾਵਾ ਐਸਬੈਸਟੋਸ ਅਬੇਸਮੈਂਟ ਅਤੇ ਹੋਰਨਾਂ ਖੇਤਰਾਂ ਅਧੀਨ ਆਉਣ ਵਾਲੇ ਕੰਮ ਸ਼ਾਮਿਲ ਨੇ। ਇਹ ਉਸ ਕੰਮ ਦਾ ਅਗਲਾ ਪੜਾਅ ਹੈ ਜਿਸ ਦੀ ਕਿਰਤ ਮੰਤਰਾਲੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਤਾਂ ਕਿ ਕੰਮਾਂ ਤੇ ਲੱਗੇ ਹੋਏ ਬੱਚਿਆਂ ਤੇ ਨੌਜਵਾਨਾਂ ਦੀ ਸਿਹਤ ਤੇ ਸੁਰੱਖਿਆ ਦਾ ਬਚਾਅ ਕੀਤਾ ਜਾ ਸਕੇ ਤੇ BC ਨੂੰ ਕੌਮਾਂਤਰੀ ਬਾਲ ਰੋਜ਼ਗਾਰ ਪੈਮਾਨਿਆਂ ਤੇ ਕੈਨੇਡਾ ਦੇ ਹੋਰ ਅਧਿਕਾਰ ਖੇਤਰਾਂ ਦੇ ਮੁਤਾਬਕ ਢਾਲਿਆ ਜਾ ਸਕੇ। ਪਿਛਲੇ ਸਾਲ ਨਵੇਂ ਨਿਯਮ ਲਾਗੂ ਹੋਏ ਜਿਨ੍ਹਾਂ ਰਾਹੀਂ ਕੰਮ ਕਰਨ ਦੀ ਘੱਟੋ ਘੱਟ ਸੁਧਾਰਨ ਦੀ ਜਿਹੜੀ ਉਮਰ ਹੈ
ਸਧਾਰਨ ਦੀ ਉਮਰ ਉਹ 12 ਤੋਂ ਵਧਾ ਕੇ 16 ਸਾਲ ਕੀਤੀ ਗਈ ਹੈ ਤੇ ਇਹ ਤੈਅ ਕੀਤਾ ਗਿਆ ਹੈ ਕਿ ਕਿਹੜੀਆਂ ਨੌਕਰੀਆਂ 14 ਤੋਂ 15 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਲਈ ਮਾਪਿਆਂ ਦੀ ਇਜਾਜ਼ਤ ਨਾਲ ਮੁਨਾਸਬ ਯਾਨੀ ਕਿ ਹਲਕਾ ਕੰਮ ਮੰਨਿਆ ਜਾਂਦਾ ਹੈ। ਇਹ ਨਵੇਂ ਨਿਯਮ ਬੱਚਿਆਂ ਦੁਆਰਾ ਛੋਟੇ ਬੱਚਿਆਂ ਦਾ ਖਿਆਲ ਰੱਖਣ, ਬੇਬੀ ਸਿਟਿੰਗ ਜਾਂ ਫਿਰ ਪਾਰਟ ਟਾਈਮ ਆਧਾਰ ਤੇ ਅਖਬਾਰਾਂ ਵੰਡਣ ਜਾਂ ਵਿਦਿਆਰਥੀਆਂ ਦੇ ਕਿਸੇ ਵਰਕ ਸਟੱਡੀ ਜਾਂ ਕੰਮ ਦਾ ਤਜਰਬਾ ਹਾਸਲ ਕਰਨ ਲਈ ਕਲਾਸ ਵਿੱਚ ਜਾਣ ਵਰਗੇ ਕੰਮਾਂ ਤੇ ਰੋਕ ਨਹੀਂ ਲਾਉਂਦੇ, ਜਿਹੜੇ ਅਜਿਹੀਆਂ ਨੌਕਰੀਆਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਇਹਨਾਂ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ। ਇਸ ਵਿਚਾਰ ਵਟਾਂਦਰੇ ਨਾਲ ਸੰਬੰਧਿਤ ਸਮੱਗਰੀ ਦਾ ਰਵਾਇਤੀ ਚੀਨੀ ਭਾਸ਼ਾ ਤੇ ਹੋਰ ਜਿਹੜੀਆਂ ਨੇ ਸਾਰੀਆਂ ਭਾਸ਼ਾਵਾਂ 'ਚ ਯਾਨੀ ਕਿ ਪੰਜਾਬੀ, ਫਰਾਂਸੀਸੀ ਦੇ ਵਿੱਚ ਵੀ ਜਿਹੜਾ ਅਨੁਵਾਦ ਹੋਏਗਾ, ਯਾਨੀ ਕਿ ਕਿਸੇ ਨੂੰ ਲੈਂਗੁਏਜ ਪ੍ਰੋਬਲਮ ਇਸ ਵਿੱਚ ਨਹੀਂ ਆਏਗੀ, ਭਾਸ਼ਾ ਦੀ ਕੋਈ ਇਹਦੇ ਵਿੱਚ ਦਿੱਕਤ ਨਹੀਂ ਆਏਗੀ ਤੇ ਇਹ ਛੇਤੀ ਹੀ ਇਸ ਸਾਈਟ ਦੇ ਉੱਤੇ ਉਪਲਬਧ ਹੋਵੇਗਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਪਿਛਲੇ ਦਿਨਾਂ ਦੇ ਵਿੱਚ ਖਬਰ ਨਸ਼ਰ ਕੀਤੀ ਗਈ ਸੀ ਕਿ ਸਨਵਿੰਗ ਦੀਆਂ ਉਡਾਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਕੰਪਲੇਂਟਸ ਆ ਰਹੀਆਂ ਨੇ, ਜਿੱਥੇ ਲੋਕ ਖਾਸ ਤੌਰ ਦੇ ਉੱਤੇ ਸ਼ਿਕਾਇਤ ਕਰ ਰਹੇ ਨੇ ਕਿ ਫਲਾਈਟਾਂ ਰੱਦ ਹੋ ਰਹੀਆਂ ਨੇ, ਕਈਆਂ ਨੂੰ ਬਹੁਤ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਪਰ 에ਅਰਪੋਰਟ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਕੋਈ ਜਾਣਕਾਰੀ ਇਸ ਸੰਬੰਧੀ ਨਹੀਂ ਦਿੱਤੀ ਜਾ ਰਹੀ। ਕਈ ਲੋਕ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੇ ਨੇ। ਸਨਵਿੰਗ ਨੇ ਇਸ ਸੰਬੰਧੀ ਤਾਂ ਕਲੀਅਰ ਕਰ ਦਿੱਤਾ ਹੈ ਕਿ ਹਜੇ ਤਕਨੀਕੀ ਖਰਾਬੀ ਨਾਲ ਲੋਕਾਂ ਨੂੰ ਕੁਝ ਸਮੇਂ ਤੱਕ ਜੂਝਣਾ ਪੈ ਸਕਦਾ ਹੈ, ਕਿਉਂਕਿ ਅਜੇ ਇਹ ਤਕਨੀਕੀ ਖਰਾਬੀ ਠੀਕ ਨਹੀਂ ਹੋਈ ਹੈ। ਸਨਵਿੰਗ 에ਅਰਲਾਈਨਸ ਇੰਕ ਦਾ ਕਹਿਣਾ ਹੈ ਕਿ ਨੈਟਵਰਕ ਵਿਆਪਕ ਸਿਸਟਮ ਆਊਟੇਜ ਜਿਸ ਨੇ ਯਾਤਰੀਆਂ ਨੂੰ ਜ਼ਮੀਨ ਤੇ ਹੀ ਰੋਕ ਦਿੱਤਾ ਹੈ। ਸਨ ਡੈਸਟੀਨੇਸ਼ਨ ਤੇ ਜਾਣ ਵਾਲੀਆਂ ਉਡਾਨਾਂ ਵਿੱਚ ਦੇਰੀ ਕੀਤੀ ਹੈ। ਇਸ ਦਾ ਹੱਲ ਫਿਲਹਾਲ ਨਹੀਂ ਹੋਇਆ। ਟੋਰਾਂਟੋ ਆਧਾਰਿਤ ਕਰੀਅਰ ਅਗਲੇ ਕੁਝ ਦਿਨਾਂ ਵਿੱਚ ਯਾਤਰਾ ਕਰਨ ਵਾਲੇ ਗਾਹਕਾਂ ਨੂੰ ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੰਦਾ ਹੈ। ਸਨਵਿੰਗ ਨੇ ਚੱਲ ਰਹੀ ਦੇਰੀ ਲਈ ਮਾਫੀ ਮੰਗੀ ਹੈ, ਜਿਸ ਦਾ ਕਹਿਣਾ ਹੈ ਕਿ ਡੇਟਾ ਸੁਰੱਖਿਆ ਦੀ ਉਲੰਘਣਾ ਦਾ ਨਤੀਜਾ ਯਾਤਰੀ ਹੈਂਡਲਿੰਗ ਪ੍ਰਣਾਲੀ ਦੇ ਇਸ ਦੇ ਤੀਜੀ ਧਿਰ ਦੇ ਪ੍ਰੋਵਾਈਡਰਾਂ ਨੂੰ ਪ੍ਰਭਾਵਿਤ ਕਰਦਾ ਹੈ। ਸਨਵਿੰਗ ਕਰਮਚਾਰੀਆਂ ਨੂੰ ਯਾਤਰੀਆਂ ਦੀ ਦਸਤੀ ਜਾਂਚ ਕਰਨ ਲਈ ਮਜਬੂਰ ਉਹ ਕੀਤਾ ਜਾਂਦਾ ਹੈ, ਜਦੋਂ ਕਿ ਤਕਨੀਕੀ ਪਲੇਟਫਾਰਮ ਕੰਮ ਨਹੀਂ ਕਰ ਰਿਹਾ। ਸਨਵਿੰਗ ਨੇ ਕੁਝ ਹਵਾਈ ਅੱਡਿਆਂ ਤੇ ਬੈਕਲੌਗ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਨ ਲਈ ਵੈਸਟਜੈਟ, 에ਅਰ ਟ੍ਰਾਂਜ਼ਿਟ ਤੇ ਨੌਲੀਨੌਰ ਐਵੀਏਸ਼ਨ ਸਮੇਤ ਹੋਰ ਕੈਨੇਡੀਅਨ 에ਅਰਲਾਈਨਸ ਤੋਂ ਜਹਾਜ਼ਾਂ ਦਾ ਉਪ ਕੰਟਰੈਕਟ ਕੀਤਾ ਹੈ। ਸਨਵਿੰਗ ਗਾਹਕ ਕੈਰੇਬੀਅਨ, ਮੈਕਸੀਕੋ ਤੇ ਮੱਧ ਅਮਰੀਕਾ ਦੇ ਹਵਾਈ ਅੱਡਿਆਂ ਤੇ ਫਲਾਈਟ ਦੇਰੀ ਤੇ ਲੰਬੇ ਇੰਤਜ਼ਾਰ ਦੇ ਸਮੇਂ ਦੀ ਰਿਪੋਰਟ ਕਰਨਾ ਜਾਰੀ ਰੱਖਦੇ ਨੇ। ਜਿੱਥੇ ਫਿਲਹਾਲ ਰੁਕਦੇ ਹਾਂ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਨੈਟਫਲਿਕਸ ਜਦੋਂ ਕੋਵਿਡ ਸ਼ੁਰੂ ਹੋਇਆ ਤਾਂ ਸਭ ਤੋਂ ਜ਼ਿਆਦਾ ਲੋਕਾਂ ਦੀ ਪਸੰਦੀਦਾ ਜਿਹੜੀ ਕਹਿ ਸਕਦੇ ਹਾਂ ਕਿ ਮਾਹੌਲ ਬਣਾਉਣ ਵਾਲੀ ਚੀਜ਼ ਸੀ, ਉਹ ਸੀ ਨੈਟਫਲਿਕਸ ਦੇ ਨਾਲ ਬਹੁਤ ਸਾਰੇ ਗਾਹਕ ਜੁੜੇ ਤੇ ਨੰਬਰ 1 ਦੇ ਉੱਤੇ ਇਸ ਵੇਲੇ ਨੈਟਫਲਿਕਸ ਗਿਆ। ਪਰ ਪਿਛਲੇ ਕੁਝ ਸਮੇਂ ਤੋਂ ਸਬਸਕ੍ਰਿਪਸ਼ਨਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਨੈਟਫਲਿਕਸ ਨੂੰ ਕਾਫੀ ਘਾਟਾ ਪੈ ਰਿਹਾ ਹੈ, ਜਿਹਦੇ ਕਰਕੇ ਕਾਫੀ ਜ਼ਿਆਦਾ ਸ਼ੇਅਰ ਜਿਹੜੇ ਨੇ ਉਹ ਵੀ ਨੈਟਫਲਿਕਸ ਦੇ ਡਿੱਗੇ ਨੇ। ਐਡ ਹੋਣੇ ਦੇ ਵਿੱਚ ਕਿਸ ਤਰੀਕੇ ਨਾਲ ਕੀ ਕੁਝ ਕੀਤਾ ਜਾ ਰਿਹਾ ਹੈ, ਸਬਸਕ੍ਰਿਪਸ਼ਨ ਨੂੰ ਵਧਾਉਣ ਦੇ ਲਈ ਹੋਰ ਨੈਟਫਲਿਕਸ ਕੀ ਕਰਨ ਜਾ ਰਹੀ ਹੈ ਜਿਹੜਾ ਕਿ ਲੋਕਾਂ ਦੇ ਉੱਤੇ ਵਾਧੂ ਬੋਝ ਹੋਏਗਾ ਜਾਂ ਫਿਰ ਲੋਕਾਂ ਨੂੰ ਕਿਫਾਇਤੀ ਬੈਠੇਗਾ, ਆਓ ਦੇਖਦੇ ਹਾਂ ਇਸ ਤੇ ਇੱਕ ਰਿਪੋਰਟ। ਗਾਹਕਾਂ ਵਿੱਚ ਇੱਕ ਅਚਾਨਕ ਤਿੱਖੀ ਗਿਰਾਵਟ ਨੇ ਨੈਟਫਲਿਕਸ ਦੇ ਲੰਮੇ ਸਮੇਂ ਤੋਂ ਵਿਰੋਧ ਕੀਤੇ ਗਏ ਬਦਲਾਅ ਨੂੰ ਵਿਚਾਰਿਆ ਹੈ। ਪਾਸਵਰਡ ਸ਼ੇਅਰਿੰਗ ਨੂੰ ਘੱਟ ਕਰਨਾ ਤੇ ਵਿਗਿਆਪਨ ਦੁਆਰਾ ਸਮਰਪਿਤ ਇੱਕ ਘੱਟ ਕੀਮਤ ਵਾਲੀ ਗਾਹਕੀ ਬਣਾਉਣਾ। ਮੰਗਲਵਾਰ ਦੇਰ ਰਾਤ ਐਲਾਨ ਕੀਤੀਆਂ ਗਈਆਂ ਤਬਦੀਲੀਆਂ ਪਿਛਲੇ ਸਾਲ ਵਿੱਚ ਗੁਆਚ ਚੁੱਕੀ ਤੇਜ਼ੀ ਨੂੰ ਮੁੜ ਪ੍ਰਾਪਤ ਕਰਨ ਦੇ ਵਿੱਚ ਨੈਟਫਲਿਕਸ ਦੀ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਨੇ। ਕੋਵਿਡ ਦੌਰਾਨ ਚੱਲੇ ਲਾਕਡਾਊਨ ਦੌਰਾਨ ਜੋ ਬਹੁਤ ਜ਼ਿਆਦਾ ਦੇਖਣਾ ਚਾਹੁੰਦੇ ਸਨ ਉਹਨਾਂ ਨੂੰ ਹਟਾ ਦਿੱਤਾ ਗਿਆ, ਜਦੋਂ ਕਿ ਐਪਲ ਤੇ ਵਾਲਟ ਡਿਜ਼ਨੀ ਵਰਗੇ ਡੂੰਘੇ ਵਿਰੋਧੀਆਂ ਨੇ ਆਪਣੀਆਂ ਸਟ੍ਰੀਮਿੰਗ ਸੇਵਾਵਾਂ ਦੇ ਨਾਲ ਆਪਣੇ ਵਿਸ਼ਾਲ ਦਰਸ਼ਕਾਂ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਨਵਰੀ-ਮਾਰਚ ਤਿਮਾਹੀ ਦੌਰਾਨ ਨੈਟਫਲਿਕਸ ਦੇ ਗਾਹਕ ਆਧਾਰ ਦੇ ਵਿੱਚ 2 ਲੱਖ ਗਾਹਕਾਂ ਦੀ ਗਿਰਾਵਟ ਆਈ। 6 ਸਾਲ ਪਹਿਲਾਂ ਚੀਨ ਤੋਂ ਇਲਾਵਾ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਉਪਲਬਧ ਹੋਣ ਤੋਂ ਬਾਅਦ ਸਟ੍ਰੀਮਿੰਗ ਸੇਵਾ ਦੇ ਵਿੱਚ ਇਹ ਗਿਰਾਵਟ ਦਰਜ ਕੀਤੀ ਗਈ ਹੈ। ਯੂਕਰੇਨ ਦੇ ਖਿਲਾਫ ਜੰਗ ਦਾ ਵਿਰੋਧ ਕਰਨ ਲਈ ਨੈਟਫਲਿਕਸ ਤੇ ਰੂਸ ਤੋਂ ਹਟਣ ਦੇ ਫੈਸਲੇ ਦੇ ਹਿੱਸੇ ਵਿੱਚ ਇਹ ਗਿਰਾਵਟ ਆਈ, ਜਿਸ ਦੇ ਨਤੀਜੇ ਵਜੋਂ 7 ਲੱਖ ਗਾਹਕਾਂ ਦਾ ਨੁਕਸਾਨ ਹੋਇਆ। ਨੈਟਫਲਿਕਸ ਨੇ ਮੌਜੂਦਾ ਅਪ੍ਰੈਲ-ਜੂਨ ਤਿਮਾਹੀ ਵਿੱਚ ਹੋਰ 2 ਮਿਲੀਅਨ ਗਾਹਕਾਂ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਹੈ। ਆ ਰਹੀ ਕਟੌਤੀ ਜੋ ਪਿਛਲੇ 1 ਸਾਲ ਤੋਂ ਆ ਰਹੀ ਹੈ, ਉਸਨੇ ਨੈਟਫਲਿਕਸ ਨਿਵੇਸ਼ਕਾਂ ਨੂੰ ਪਰੇਸ਼ਾਨ ਕੀਤਾ ਹੈ। ਨੈਟਫਲਿਕਸ ਦੁਆਰਾ ਇਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਖੁਲਾਸਾ ਕਰਨ ਤੋਂ ਬਾਅਦ ਸ਼ੇਅਰਾਂ ਦੇ ਵਿੱਚ ਵਪਾਰ ਵਿੱਚ 25% ਤੋਂ ਵੱਧ ਦੀ ਗਿਰਾਵਟ ਆਈ। ਜੇ ਸਟਾਕ ਦੀ ਗਿਰਾਵਟ ਬੁੱਧਵਾਰ ਦੇ ਨਿਯਮਿਤ ਵਪਾਰਕ ਸੈਸ਼ਨ ਵਿੱਚ ਵੱਧਦੀ ਹੈ ਤਾਂ ਨੈਟਫਲਿਕਸ ਦੇ ਸ਼ੇਅਰ ਇਸ ਸਾਲ ਹੁਣ ਤੱਕ ਆਪਣੇ ਅੱਧੇ ਤੋਂ ਵੱਧ ਮੁੱਲ ਗਵਾ ਚੁੱਕੇ ਹੋਣਗੇ। 4 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਸ਼ੇਅਰ ਧਾਰਕਾਂ ਦੀ ਜਾਇਦਾਦ ਦੇ ਵਿੱਚ ਲਗਭਗ $150 ਬਿਲੀਅਨ ਦਾ ਸਫਾਇਆ ਹੋ ਜਾਏਗਾ। ਲਾਸ ਕੈਰੋਸ ਕੈਲੀਫੋਰਨੀਆ ਕੰਪਨੀ ਨੇ ਅੰਦਾਜ਼ਾ ਲਗਾਇਆ ਕਿ ਦੁਨੀਆ ਭਰ ਵਿੱਚ ਲਗਭਗ 100 ਮਿਲੀਅਨ ਪਰਿਵਾਰ ਅਮਰੀਕਾ ਤੇ ਕੈਨੇਡਾ ਦੇ ਵਿੱਚ
30 ਮਿਲੀਅਨ ਸਮੇਤ ਕਿਸੇ ਦੋਸਤ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਖਾਤੇ ਦੀ ਵਰਤੋਂ ਕਰਕੇ ਇਸ ਦੀ ਸੇਵਾ ਨੂੰ ਮੁਫਤ ਵਿੱਚ ਦੇਖ ਰਹੇ ਨੇ। ਨੈਟਫਲਿਕਸ ਦੇ CEO ਰੀਡ ਹੈਸਟਿੰਗਸ ਨੇ ਕਿਹਾ ਹੈ ਕਿ ਉਹ 100 ਮਿਲੀਅਨ ਤੋਂ ਵੱਧ ਪਰਿਵਾਰ ਪਹਿਲਾਂ ਹੀ ਨੈਟਫਲਿਕਸ ਨੂੰ ਦੇਖਣ ਦੀ ਚੋਣ ਕਰ ਰਹੇ ਹਨ। ਸਾਨੂੰ ਉਹਨਾਂ ਲਈ ਕੁਝ ਹੱਦ ਤੱਕ ਭੁਗਤਾਨ ਕਰਨਾ ਪਿਆ ਹੈ। ਵਧੇਰੇ ਲੋਕਾਂ ਨੂੰ ਆਪਣੇ ਖਾਤਿਆਂ ਲਈ ਭੁਗਤਾਨ ਕਰਨ ਲਈ ਉਤਸ਼ਾਹਿਤ ਕਰਨ ਲਈ ਨੈਟਫਲਿਕਸ ਨੇ ਸੰਕੇਤ ਦਿੱਤਾ ਹੈ ਕਿ ਇਹ ਟ੍ਰਾਇਲ ਪ੍ਰੋਗਰਾਮ ਨੂੰ ਵਧਾਵੇਗਾ ਜੋ 3 ਲੈਟਿਨ ਅਮਰੀਕਨ ਦੇਸ਼ਾਂ ਚਿਲੇ, ਕੋਸਟਾ ਰੀਕੇ ਤੇ ਪੈਰੂ ਦੇ ਵਿੱਚ ਚੱਲ ਰਹੇ ਨੇ। ਇਨ੍ਹਾਂ ਸਥਾਨਾਂ ਵਿੱਚ ਗਾਹਕ ਛੂਟ ਵਾਲੀ ਕੀਮਤ ਲਈ ਕਿਸੇ ਹੋਰ ਕੱਟ ਵਿੱਚ ਸੇਵਾ ਵਧਾ ਸਕਦੇ ਨੇ। ਕੋਸਟਾ ਰੀਕਾ ਦੇ ਵਿੱਚ ਉਦਾਹਰਨ ਲਈ ਨੈਟਫਲਿਕਸ ਪਲਾਨ ਦੀਆਂ ਕੀਮਤਾਂ $9 ਤੋਂ $15 ਪ੍ਰਤੀ ਮਹੀਨਾ ਤੱਕ ਹੁੰਦੀਆਂ ਨੇ, ਪਰ ਗਾਹਕ $3 ਦੇ ਵਿੱਚ ਆਪਣੀ ਸੇਵਾ ਨੂੰ ਕਿਸੇ ਹੋਰ ਪਰਿਵਾਰ ਦੇ ਨਾਲ ਖੁੱਲ੍ਹੇਆਮ ਸਾਂਝਾ ਕਰ ਸਕਦੇ ਨੇ। ਨੈਟਫਲਿਕਸ ਨੇ ਅਜੇ ਇਸ ਬਾਰੇ ਕੋਈ ਵਾਧੂ ਜਾਣਕਾਰੀ ਦੀ ਪੇਸ਼ਕਸ਼ ਨਹੀਂ ਕੀਤੀ ਹੈ ਕਿ ਇੱਕ ਸਸਤੀ ਐਡ ਸਪੋਰਟਡ ਸਰਵਿਸ ਪੱਧਰ ਕਿਵੇਂ ਕੰਮ ਕਰੇਗਾ ਜਾਂ ਇਸ ਦੀ ਕੀਮਤ ਕਿੰਨੀ ਹੋਵੇਗੀ। ਇੱਕ ਹੋਰ ਵਿਰੋਧੀ ਹੁਲੂ ਨੇ ਲੰਬੇ ਸਮੇਂ ਤੋਂ ਇੱਕ ਵਿਗਿਆਪਨ ਸਮਰਥਿਤ ਟੀਅਰ ਦੀ ਪੇਸ਼ ਕੀਤੀ ਹੈ, ਜਦੋਂ ਕਿ ਨੈਟਫਲਿਕਸ ਸਪਸ਼ਟ ਤੌਰ ਤੇ ਭਰੋਸਾ ਕਰਦਾ ਹੈ ਕਿ ਇਹ ਤਬਦੀਲੀਆਂ ਇਸ ਦੇ ਮੌਜੂਦਾ 221.6 ਮਿਲੀਅਨ ਵਿਸ਼ਵ ਵਿਆਪੀ ਗਾਹਕਾਂ ਨੂੰ ਬਣਾਉਣ ਦੇ ਵਿੱਚ ਸਹਾਇਤਾ ਕਰਨਗੀਆਂ। ਇਹ ਚਾਲਾਂ ਗਾਹਕਾਂ ਨੂੰ ਉਸ ਬਿੰਦੂ ਤੱਕ ਦੂਰ ਕਰਨ ਦਾ ਜੋਖਮ ਵੀ ਲੈਂਦੀਆਂ ਨੇ ਜਦੋਂ ਉਹ ਰੱਦ ਕਰਦੇ ਨੇ। ਨੈਟਫਲਿਕਸ ਨੂੰ ਪਹਿਲਾਂ 2011 ਦੇ ਵਿੱਚ ਇੱਕ ਗਾਹਕ ਦੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਇਸਨੇ ਆਪਣੀ ਉਸ ਸਮੇਂ ਦੀ ਨਵੀਂ ਸਟ੍ਰੀਮਿੰਗ ਸੇਵਾ ਲਈ ਚਾਰਜ ਸ਼ੁਰੂ ਕਰਨ ਦੀਆਂ ਯੋਜਨਾਵਾਂ ਦਾ ਪਰਦਾਫਾਸ਼ ਕੀਤਾ ਸੀ, ਜੋ ਇਸ ਦੇ ਕੌਮਾਂਤਰੀ ਵਿਸਤਾਰ ਤੋਂ ਪਹਿਲਾਂ ਇਸ ਦੀ ਰਿਵਾਇਤੀ DVD ਬਾਈ ਮੇਲ ਸੇਵਾ ਦੇ ਨਾਲ ਮੁਫਤ ਵਿੱਚ ਬੰਡਲ ਕੀਤੀ ਗਈ ਸੀ। ਉਸ ਤਬਦੀਲੀ ਤੋਂ ਬਾਅਦ ਦੇ ਮਹੀਨਿਆਂ ਦੇ ਵਿੱਚ ਨੈਟਫਲਿਕਸ ਨੇ 8 ਲੱਖ ਗਾਹਕਾਂ ਨੂੰ ਗਵਾ ਦਿੱਤਾ। ਸਪਿਨ ਆਫ ਨੂੰ ਲਾਗੂ ਕਰਨ ਦੇ ਵਿੱਚ ਰੁਕਾਵਟ ਪਾਉਣ ਲਈ ਹੇਸਟਿੰਗਸ ਤੋਂ ਮਾਫੀ ਮੰਗਣ ਲਈ ਪ੍ਰੇਰਿਤ ਕੀਤਾ। ਨੈਟਫਲਿਕਸ ਨੇ 2020 ਦੌਰਾਨ 36 ਮਿਲੀਅਨ ਗਾਹਕਾਂ ਨੂੰ ਜੋੜਿਆ, ਜੋ ਕਿ 2007 ਵਿੱਚ ਆਪਣੀ ਵੀਡੀਓ ਸਟ੍ਰੀਮਿੰਗ ਸੇਵਾ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਸਾਲਾਨਾ ਵਾਧਾ ਹੈ। ਨੈਟਫਲਿਕਸ ਨੇ ਪਿਛਲੇ ਸਾਲ ਇੱਕ ਨਵੀਂ ਦਿਸ਼ਾ ਵੱਲ ਵਧਣਾ ਸ਼ੁਰੂ ਕੀਤਾ ਜਦੋਂ ਇਸ ਦੀ ਸੇਵਾ ਨੇ ਲੋਕਾਂ ਨੂੰ ਗਾਹਕ ਬਣਨ ਦਾ ਇੱਕ ਹੋਰ ਕਾਰਨ ਦੇਣ ਦੀ ਕੋਸ਼ਿਸ਼ ਦੇ ਵਿੱਚ ਬਿਨਾਂ ਕਿਸੇ ਵਾਧੂ ਚਾਰਜ ਦੇ ਵੀਡੀਓ ਗੇਮਾਂ ਨੂੰ ਜੋੜਿਆ। ਪਿਛਲੇ ਸਾਲ ਵੱਧਦੀ ਮਹਿੰਗਾਈ ਨੇ ਘਰੇਲੂ ਬਜਟ ਨੂੰ ਵੀ ਨਿਚੋੜ ਦਿੱਤਾ ਹੈ, ਜਿਸ ਨਾਲ ਵਧੇਰੇ ਖਪਤਕਾਰਾਂ ਨੇ ਅਖਤਿਆਰੀ ਵਸਤੂਆਂ ਤੇ ਆਪਣੇ ਖਰਚਿਆਂ ਤੇ ਲਗਾਮ ਕੱਸ ਲਈ ਹੈ। ਉਸ ਦਬਾਅ ਦੇ ਬਾਵਜੂਦ ਨੈਟਫਲਿਕਸ ਨੇ ਹਾਲ ਹੀ ਦੇ ਵਿੱਚ US ਵਿੱਚ ਕੀਮਤਾਂ ਵਧਾ ਦਿੱਤੀਆਂ ਨੇ, ਜਿੱਥੇ ਇਸ ਦਾ ਸਭ ਤੋਂ ਵੱਡਾ ਘਰੇਲੂ ਪ੍ਰਵੇਸ਼ ਹੈ ਤੇ ਜਿੱਥੇ ਇਸ ਨੂੰ ਵਧੇਰੇ ਗਾਹਕਾਂ ਨੂੰ ਲੱਭਣ ਵਿੱਚ ਸਭ ਤੋਂ ਵੱਧ ਮੁਸ਼ਕਿਲ ਆਈ ਹੈ। ਸਭ ਤੋਂ ਮੌਜੂਦਾ ਤਿਮਾਹੀ ਵਿੱਚ ਨੈਟਫਲਿਕਸ ਨੇ ਅਮਰੀਕਾ ਤੇ ਕੈਨੇਡਾ ਵਿੱਚ 6,40,000 ਗਾਹਕਾਂ ਨੂੰ ਗਵਾ ਦਿੱਤਾ ਹੈ, ਜਿਸ ਨਾਲ ਪ੍ਰਬੰਧਨ ਨੂੰ ਇਹ ਦਰਸਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਕਿ ਇਸ ਦਾ ਜ਼ਿਆਦਾਤਰ ਭਵਿੱਖ ਕੌਮਾਂਤਰੀ ਬਾਜ਼ਾਰਾਂ ਵਿੱਚ ਆਏਗਾ। ਨੈਟਫਲਿਕਸ ਨੇ ਮਾਰਚ ਵਿੱਚ ਅਮਰੀਕਾ ਤੇ ਕੈਨੇਡਾ ਵਿੱਚ 74.6 ਮਿਲੀਅਨ ਗਾਹਕਾਂ ਨਾਲ ਸਮਾਪਤ ਕੀਤਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਲਗਾਤਾਰ ਕੈਨੇਡੀਅਨਸ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤਰੀਕੇ ਨਾਲ ਰੂਸ ਤੇ ਯੂਕਰੇਨ ਦੇ ਵਿੱਚ ਜੰਗ ਜਾਰੀ ਹੈ, ਉਸ ਨੂੰ ਲੈ ਕੇ ਗੈਸੋਲੀਨ ਦੀਆਂ ਕੀਮਤਾਂ ਦੇ ਵਿੱਚ ਤਾਂ ਪਹਿਲਾਂ ਹੀ ਜਿਹੜਾ ਹੈ ਕਾਫੀ ਜ਼ਿਆਦਾ ਵਾਧਾ ਦੇਖਿਆ ਜਾ ਰਿਹਾ ਸੀ ਤੇ ਹੋਰ ਚੀਜ਼ਾਂ ਦੇ ਵਿੱਚ ਵੀ ਮਹਿੰਗਾਈ ਦੀ ਮਾਰ ਪੈ ਰਹੀ ਹੈ, ਜਿਸ ਤੋਂ ਕੈਨੇਡੀਅਨ ਇਸ ਵੇਲੇ ਪਰੇਸ਼ਾਨ ਹੋ ਰਹੇ ਨੇ। ਸਟੈਟਿਕਸ ਕੈਨੇਡਾ ਦੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਅਨੁਸਾਰ ਗੈਸੋਲੀਨ ਦੀਆਂ ਕੀਮਤਾਂ ਪਿਛਲੇ ਮਹੀਨੇ ਨਾਲੋਂ 6.9% ਵੱਧ ਚੁੱਕੀਆਂ ਨੇ ਤੇ 1 ਸਾਲ ਪਹਿਲਾਂ ਨਾਲੋਂ ਇਹ 40% ਵੱਧ ਚੁੱਕੀਆਂ ਨੇ। ਇਹ ਮਹਿੰਗਾਈ ਰੂਸ ਵੱਲੋਂ ਯੂਕਰੇਨ ਦੇ ਉੱਤੇ ਕੀਤੇ ਹਮਲੇ ਦੀ ਬਦੌਲਤ ਵਧ ਰਹੀ ਹੈ। ਇਸ ਹਮਲੇ ਦੇ ਕਾਰਨ ਹੀ ਕੈਨੇਡਾ ਦੇ ਵਿੱਚ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਮਹਿੰਗਾਈ 'ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਮਹਿੰਗਾਈ ਦਾ ਅਸਰ ਕਈ ਜਿਹੜੇ ਨੇ ਉਸ ਸੈਕਟਰਸ ਦੇ ਉੱਤੇ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਜਹਾਜ਼ਾਂ ਦੀਆਂ ਟਿਕਟਾਂ, ਫਰਨੀਚਰ, ਗਰੋਸਰੀ ਦੀਆਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੀ ਗੱਲ ਕੀਤੀ ਜਾਏ ਤਾਂ ਸਭ ਕੁਝ ਇਸ ਵੇਲੇ ਮਹਿੰਗਾ ਹੋ ਚੁੱਕਿਆ ਹੈ। 1983 ਤੋਂ ਬਾਅਦ ਹੁਣ ਕੈਨੇਡੀਅਨਸ ਨੂੰ ਡੇਅਰੀ ਪਦਾਰਥਾਂ ਤੇ ਆਂਡਿਆਂ ਤੱਕ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਵੱਧ ਦੇਣੀਆਂ ਪੈ ਰਹੀਆਂ ਨੇ। ਇਸ ਮਹਿੰਗਾਈ ਕਾਰਨ ਨਿੱਕੇ ਕਾਰੋਬਾਰੀਆਂ ਦਾ ਲੱਕ ਵੀ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਪਰਿਵਾਰਾਂ ਨੂੰ ਆਪਣੇ ਖਰਚ ਕਰਨ ਦੀਆਂ ਆਦਤਾਂ ਬਦਲਣ ਲਈ ਸੋਚ ਵਿਚਾਰ ਹੁਣ ਕਰਨਾ ਪਏਗਾ। ਨੌਜਵਾਨ ਜਿਹੜੇ ਨੇ ਉਹ ਜਿਮ ਜਿਹੜਾ ਜਾਣਾ ਚਾਹੁੰਦੇ ਨੇ ਜਾਂ ਜਾਂਦੇ ਨੇ, ਉਹ ਡਾਈਟ ਕਿਹੜੀ ਲੈ ਸਕਦੇ ਨੇ, ਕਿਹੜੇ ਸ਼ੇਕਸ ਉਹਨਾਂ ਵਾਸਤੇ ਜਿਹੜੇ ਨੇ ਉਹ ਠੀਕ ਰਹਿ ਸਕਦੇ ਨੇ, ਇਸ ਸੰਬੰਧੀ ਕਾਫੀ ਹੱਦ ਤੱਕ ਜਿਹੜੀ ਹੈ ਘਾਟ ਹੁੰਦੀ ਹੈ ਨੌਲੇਜ ਦੀ। ਤੇ ਇਸ ਸੰਬੰਧੀ ਕਿਹੜੀ ਡਾਈਟ ਲੈਣੀ ਚਾਹੀਦੀ ਹੈ, ਕਿਹੜੇ ਸਮੇਂ ਦੇ ਉੱਤੇ ਕੀ ਖਾਣਾ ਚਾਹੀਦਾ ਹੈ, ਡਾਕਟਰ ਪੁਰਜੀ ਦੇ ਨਾਲ ਗੱਲਬਾਤ ਕੀਤੀ ਸਾਡੇ ਸੀਨੀਅਰ ਪੱਤਰਕਾਰ ਜਸਕਰਨ ਸਿੰਘ ਨੇ। ਅੱਜ ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਆ। ਬਹੁਤ ਸਾਰੇ ਲੋਕ ਆਪਣੀ ਸਿਹਤ ਨੂੰ ਠੀਕ ਠਾਕ ਕਰਨ ਦੇ ਲਈ ਜਿਮ ਜਾਂਦੇ ਆ, ਐਕਸਰਸਾਈਜ਼ ਕਰਦੇ ਆ। ਉਹਦੇ ਨਾਲ ਇੱਕ ਹੋਰ ਚੀਜ਼ ਬਹੁਤ ਪ੍ਰਚਲਿਤ ਆ, ਕਈ ਤਰ੍ਹਾਂ ਦੀ ਖੁਰਾਕ ਖਾਂਦੇ ਆ ਜਿਹਦੇ ਵਿੱਚ ਕਈ ਵਾਰੀ ਪ੍ਰੋਟੀਨ ਕਹਿੰਦੇ ਆ ਉਹਨੂੰ, ਕਈ ਜਿਹੜੀਆਂ ਪਰਫੋਰਮੈਂਸ ਐਨਹਾਂਸਿੰਗ ਡਰੱਗਸ ਆ ਜਿਹਦੇ ਨਾਲ ਬੰਦਾ ਉਹ ਸ਼ੇਕ ਜੇ ਪੀਂਦੇ ਆ ਤੇ ਜਿਹਦੇ ਨਾਲ ਬੰਦਾ ਥੱਕਦਾ ਨਹੀਂ, ਐਕਸਰਸਾਈਜ਼ ਕਰੀ ਜਾਂਦਾ ਤੇ ਅਲਟੀਮੇਟਲੀ ਉਹ ਜਿੱਦਾਂ ਦੇ ਉਹਨੂੰ ਮਸਲ ਚਾਹੀਦੇ ਹੁੰਦੇ ਆ ਉਹ ਬਣ ਜਾਂਦੇ ਆ। ਇਹ ਸਾਰੀਆਂ ਚੀਜ਼ਾਂ ਕੀ ਅੱਜ ਦੇ ਸਮੇਂ ਵਿੱਚ ਇਹ ਚੀਜ਼ਾਂ ਲੈਣੀਆਂ ਜ਼ਰੂਰੀ ਆ। ਜਿਹੜੀ ਅਸੀਂ ਦਾਲ ਫੁਲਕਾ ਖਾਂਦੇ ਆ ਇਹਦੇ ਵਿੱਚੋਂ ਇਹ ਚੀਜ਼ਾਂ ਕੁਦਰਤੀ ਤੌਰ 'ਤੇ ਨਹੀਂ ਮਿਲਦੀਆਂ।
ਇਹਦਾ ਕਿੰਨਾ ਕੁ ਫਾਇਦਾ ਹੁੰਦਾ ਤੇ ਕਿੰਨਾ ਕੁ ਨੁਕਸਾਨ ਹੁੰਦਾ, ਇਹਦੇ ਬਾਰੇ ਆਪਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣ ਨਾਲ ਗੱਲਬਾਤ ਕਰਨੀ ਹੈ। ਡਾਕਟਰ ਸਾਹਿਬ, ਜਿਮ ਜਾਣ ਵੇਲੇ ਬਹੁਤ ਸਾਰੇ ਲੋਕ ਦੇਖਦੇ ਆ ਵੀ ਉਹ ਕਈ ਕੁਛ ਪੀਂਦੇ ਆ। ਆਮ ਇੱਕ ਜਿਹੜੀ ਗੱਲ ਅਸੀਂ ਸੁਣਦੇ ਆ ਕਿ ਪ੍ਰੋਟੀਨ ਸ਼ੇਕ ਆ ਜਾਂ ਸਟਿਮੂਲੈਂਟਸ ਆ, ਇਹਦੇ ਨਾਲ ਬੰਦਾ ਜ਼ਿਆਦਾ ਐਕਸਰਸਾਈਜ਼ ਕਰਦਾ ਰਹਿੰਦਾ। ਨੈਚੁਰਲ ਡਾਈਟ ਨਾਲ ਬੰਦਾ ਠੀਕ ਠਾਕ ਰਹਿ ਸਕਦਾ ਜਾਂ ਉਹਨੂੰ ਇਹ ਚੀਜ਼ਾਂ ਲੈਣੀਆਂ ਜ਼ਰੂਰੀ ਹੈ ਜੀ? ਬਿਲਕੁਲ ਨੈਚੁਰਲ ਤੌਰ 'ਤੇ ਆਪਾਂ ਜਿਮ ਜਾ ਸਕਦੇ, ਔਰ ਜਿਹੜਾ ਆਪਾਂ ਖਾਣਾ ਖਾਂਦੇ ਆ ਉਹਦੇ ਨਾਲ ਸਾਨੂੰ ਸਾਰਾ ਕੁਝ ਮਿਲਦਾ। ਜਿਹੜਾ ਕੈਨੇਡਾ ਦੀ ਫੂਡ ਗਾਈਡ ਆ, ਜਿਹੜੇ ਆਪਾਂ ਕਈ ਵਾਰ ਪ੍ਰਚਲਿਤ ਕੀਤੀ ਹੈ ਵੀ ਜ਼ਿਆਦਾ ਜਿਹੜਾ ਖੇਤਾਂ 'ਚੋਂ ਸਮਾਨ ਹੋਵੇਗਾ 7 ਰੰਗ ਦਾ ਜਿਹੜਾ ਹੈਗਾ ਫਰੂਟਸ ਵੈਜੀਟੇਬਲ, ਕਾਲੇ ਚਨੇ, ਰਾਜਮਾ, ਦਾਲ, ਔਰ ਕੋਈ ਅਗਰ ਨਾਨ ਵੈਜ ਹੈਗਾ ਉਹ ਚਿਕਨ, ਟਰਕੀ, ਫਿਸ਼, ਮੀਟ, ਅੰਡਾ ਖਾ ਸਕਦਾ। ਸੋ ਇਸ ਤੋਂ ਇਨਫ ਪ੍ਰੋਟੀਨ ਸਾਨੂੰ ਮਿਲ ਜਾਂਦੇ। ਹੁਣ ਮੈਂ ਦੱਸਣਾ ਚਾਹੁੰਦਾ ਵੀ ਉੱਕਾ ਪੁੱਕਾ ਦੇਖੋ, ਸਾਇੰਸ ਤਾਂ ਕਹਿੰਦੀ 0.8 ਗ੍ਰਾਮ ਪਰ ਕਿਲੋ, ਲੇਕਿਨ ਅੰਡਰਸਟੈਂਡਿੰਗ ਵਾਸਤੇ ਉੱਕਾ ਪੁੱਕਾ ਆਪਾਂ 1 ਗ੍ਰਾਮ ਕਹਾਂਗੇ। ਕੋਈ ਬੰਦਾ 70 ਕਿਲੋ ਦਾ, ਉਹਨੂੰ 70 ਕੁ ਗ੍ਰਾਮ ਚਾਹੀਦਾ 24 ਘੰਟੇ 'ਚ ਪ੍ਰੋਟੀਨ, ਤਾਂ ਕਿ ਉਹਦੀ ਸਾਰੀ ਬੋਡੀ ਦੀ ਗਤੀਵਿਧੀ ਚੱਲਦੀ ਰਹੇ। ਜਿਹੜੀ ਪ੍ਰੋਟੀਨ ਹੈਗੀ ਆ ਉਹਨੂੰ ਅਗਰ ਡਿਵਾਈਡ ਕਰੀਏ ਤਾਂ ਉਹਦੇ 21 ਐਮੀਨੋ ਐਸਿਡ ਹੁੰਦੇ ਆ ਹਿਊਮਨ ਬੋਡੀ 'ਚ, ਜਿਹਦੇ 'ਚ ਬੋਡੀ ਕਰੀਬਨ 12 ਬਣਾ ਲੈਂਦੀ ਆ, ਲੇਕਿਨ 9 ਉਹਨੂੰ ਬਾਹਰੋਂ ਚਾਹੀਦੇ ਜਿਹੜੇ ਸਾਨੂੰ ਖਾਣੇ ਤੋਂ ਚਾਹੀਦੇ ਆ। ਸੋ ਇੰਨੀ ਵੱਡੀ ਕੋਈ ਤਰਾਸਦੀ ਤਾਂ ਹੈ ਨਹੀਂ। ਸੋ ਵੈਜੀਟੇਰੀਅਨ ਡਾਈਟ ਤੋਂ ਵੀ ਸਾਨੂੰ ਪ੍ਰੋਟੀਨ ਮਿਲ ਸਕਦਾ ਅਤੇ ਨਾਨ ਵੈਜ ਤੋਂ ਵੀ ਮਿਲ ਸਕਦਾ। ਡਾਕਟਰ ਸਾਹਿਬ, ਇਹ ਮੈਂ ਮਾਫੀ ਚਾਹੁੰਦਾ ਰੋਕ, ਇੱਥੇ ਜਿਹੜੇ ਉਹ ਇੱਕ ਵੱਡੇ ਵੱਡੇ ਡੱਬਿਆਂ ਦੇ ਡੱਬੇ ਮਿਲਦੇ ਆ, ਉਹ ਕਹਿੰਦੇ ਬੰਦਾ ਉਹ ਪਾਊਡਰ ਖਾ ਲਵੇ ਤੇ ਉਹ ਬੜਾ ਮਸਕੂਲਰ ਹੋ ਜਾਂਦਾ, ਉਹ ਪ੍ਰੋਟੀਨ ਹੁੰਦੀ, ਇਹ ਉਹੀ ਪ੍ਰੋਟੀਨ ਹੁੰਦੀ ਜਿਹੜੀ ਡਾਈਟ 'ਚ ਤੁਸੀਂ ਦੱਸ ਰਹੇ ਜਾਂ ਉਹ ਤੋਂ ਕੋਈ ਵੱਖਰੀ ਹੁੰਦੀ ਹੈ? ਦੇਖੋ, ਉਹਨਾਂ ਨੇ ਨਾ ਸੌਦਾ ਵੇਚਣ ਵਾਸਤੇ, ਸੋ ਉਹਨਾਂ ਨੇ ਮਤਲਬ ਫਲੇਵਰਿੰਗ ਏਜੰਟ ਪਾਉਣੇ ਆ, ਵਿੱਚ ਸਟੇਬਲਾਈਜ਼ਰਸ ਪਾਉਣੇ ਆ, ਵਿੱਚ ਹੋਰ ਚੀਜ਼ਾਂ ਪਾਉਣੀਆਂ, ਲੇਕਿਨ ਇਹ ਸਾਰਾ ਮੋਸਟਲੀ ਦੁੱਧ ਤੋਂ ਬਣਦਾ, ਵੇ ਜਾਂ ਕੇਸੀਨ ਕਰਕੇ ਕਹਿੰਦੇ ਹਨ। ਹੁਣ ਜਿਹੜੀ ਆਪਾਂ ਰੈਗੂਲਰ ਪ੍ਰੋਟੀਨ ਖਾ ਰਹੇ ਹਾਂ ਖਾਣੇ ਤੋਂ, ਉਹ ਜਿਹੜੀ ਪ੍ਰੋਟੀਨ ਆ ਸਾਡੇ ਮਸਲਸ ਨੂੰ ਬਣਾਉਂਦੇ ਆ। ਜਿੱਦਾਂ ਹੁਣ ਇੱਕ ਬਿਲਡਿੰਗ ਦੇ ਉਸਾਰੀ ਆ, ਇੱਟਾਂ ਦੇ ਨਾਲ ਸਮਝੋ ਦੀ ਦੀਵਾਰਾਂ ਬਣ ਰਹੀਆਂ ਹੈ ਨਾ, ਤਾਂ ਉਹ ਇੱਟਾਂ ਦਾ ਕੰਮ ਸਾਡਾ ਪ੍ਰੋਟੀਨ ਦਾ, ਸਾਡੇ ਬਿਲਡਿੰਗ ਬਲਾਕਸ ਹੈਗੇ ਆ। ਲੇਕਿਨ ਪ੍ਰੋਟੀਨ ਸਾਡੇ ਐਨਜ਼ਾਈਮਸ, ਸਾਡੇ ਹਾਰਮੋਨਸ, ਸਾਡੇ ਨਿਊਰੋਟ੍ਰਾਂਸਮੀਟਰ, ਇਹਦੇ ਵੀ ਬੇਸ ਉਹੀ ਆ, ਉਸ ਤੋਂ ਹੀ ਬਣਦੇ ਆ। ਸੋ ਹੈਡ ਟੂ ਟੋ ਇਹਦੇ ਫੰਕਸ਼ਨਸ 'ਤੇ ਹੈਗੇ ਆ। ਔਰ ਜਦੋਂ ਇਹ ਚੀਜ਼ਾਂ ਨਹੀਂ ਬਣੀਆਂ ਸੀ, ਇਨਸਾਨ ਧਰਤੀ ਤੋਂ 4 ਮਿਲੀਅਨ ਸਾਲ ਤੋਂ ਰਹਿ ਰਿਹਾ, ਉਦੋਂ ਵੀ ਤਾਂ ਸਾਰਿਆਂ ਨੂੰ ਪ੍ਰੋਟੀਨ ਮਿਲ ਰਹੀ ਸੀ। ਹੁਣ ਗੱਲ ਆਪਾਂ ਪ੍ਰੋਟੀਨ ਦੀ ਵੈਜੀਟੇਰੀਅਨ ਔਰ ਨਾਨ ਵੈਜੀਟੇਰੀਅਨ 'ਤੇ ਆਈ ਹੈ। ਜਿਹੜਾ ਇੱਕ ਅੰਡਾ, ਉਹ 'ਚ 6 ਤੋਂ 7 ਗ੍ਰਾਮ ਪ੍ਰੋਟੀਨ ਹੁੰਦੀ ਹੈ। ਸੋ ਉੱਕਾ ਪੁੱਕਾ ਤੁਸੀਂ 6 ਗ੍ਰਾਮ ਫੜ ਲਓ। ਜਿਹੜਾ ਚਿਕਨ ਬ੍ਰੈਸਟ ਆ, ਮੱਛੀ ਦਾ ਇੱਕ ਪੀਸ ਆ, ਜਾਂ ਮਤਲਬ ਜਿਹੜਾ ਸਟੇਕ ਵਗੈਰਾ ਖਾਂਦੇ ਆ ਗੋਰੇ ਜ਼ਿਆਦਾ, ਉਹਦੇ 'ਚ 30 ਤੋਂ 35 ਗ੍ਰਾਮ ਪ੍ਰੋਟੀਨ ਹੈਗਾ। ਸੋ ਅਗਰ ਆਪਾਂ ਹੁਣ ਵੈਜੀਟੇਰੀਅਨ 'ਚ ਆਈਏ, ਇੱਕ ਛੋਟੀ ਕੌਲੀ ਦਾਲ ਦੀ ਲੈ ਲਓ, ਕਾਲੇ ਚਨੇ ਲੈ ਲਓ, ਰਾਜਮਾ ਲੈ ਲਓ, ਕੋਈ ਵੀ ਬੀਨਸ ਲੈ ਲਓ, ਉਹ 'ਚ ਕਰੀਬਨ 8 ਤੋਂ 10 ਗ੍ਰਾਮ ਪ੍ਰੋਟੀਨ ਹੈਗੀ ਆ। ਫਿਰ ਸਾਡੇ ਦੁੱਧ ਦੇ ਵਿੱਚ ਇੱਕ ਕੱਪ ਦੇ ਵਿੱਚ ਕਰੀਬਨ 8 ਗ੍ਰਾਮ ਹੈਗੇ ਆ। ਦਹੀਂ 'ਚ ਹੈਗੀ ਆ, ਚੀਜ਼ 'ਚ ਹੈਗੀ ਆ, ਪਨੀਰ 'ਚ ਹੈਗੀ ਆ, ਟੋਫੂ 'ਚ ਹੈਗੀ ਆ, ਅਤੇ ਜਿਹੜੇ ਸਾਰੇ ਨਟਸ ਆਪਾਂ ਖਾਂਦੇ, ਬਦਾਮ ਖਾ ਸਕਦੇ, ਕਾਜੂ ਖਾ ਸਕਦੇ, ਉਹ 'ਚ ਵੀ ਥੋੜ੍ਹੀ ਪ੍ਰੋਟੀਨ ਹੈ। ਜਿੰਨੇ ਤਲੀ 'ਚ ਆ ਜਾਂਦੇ ਆ ਕਰੀਬਨ ਮੁੱਠੀ ਬੰਦ 'ਚ, ਉਹ 'ਚ 6 ਗ੍ਰਾਮ ਉਹ 'ਚ ਵੀ ਪ੍ਰੋਟੀਨ ਹੈਗਾ। ਸੋ ਵੈਜੀਟੇਰੀਅਨ ਔਰ ਨਾਨ ਵੈਜੀਟੇਰੀਅਨ, ਜਿਹੜੇ ਪੰਜਾਬੀ ਵੈਜੀਟੇਰੀਅਨ ਡਾਈਟ ਆ, ਅਸੀਂ ਮਿਲਕ ਪ੍ਰੋਡਕਟ ਵੀ ਲੈਂਦੇ ਆ, ਉਹਦੇ 'ਚ ਸਾਨੂੰ ਇਨਫ ਪ੍ਰੋਟੀਨ ਮਿਲ ਸਕਦਾ, ਲੇਕਿਨ ਸਾਨੂੰ ਥੋੜ੍ਹਾ ਜਿਹਾ ਕੌਸ਼ੀਅਸ ਹੋਣਾ ਪੈਂਦਾ। ਇੱਥੇ ਮੈਂ ਦੱਸਣਾ ਚਾਹੁੰਦਾ ਵੀ ਈਵਨ ਜਿਹੜੀ ਪਾਲਕ ਆ, ਬਰੋਕਲੀ ਆ, ਇਹਦੇ ਵਿੱਚ ਵੀ ਪ੍ਰੋਟੀਨ ਹੈਗੀ ਆ। ਜਿਹੜੇ ਗਾਂ, ਮੱਝ, ਘੋੜੇ, ਹਾਥੀ, ਉਹਨਾਂ ਨੂੰ ਕਿੱਥੋਂ ਪ੍ਰੋਟੀਨ ਮਿਲਦਾ? ਇਸ ਤੋਂ ਮਿਲਦਾ। ਉਹਨਾਂ ਦੇ ਦੇਖੋ ਮਸਲ ਕਿੰਨੇ ਤਗੜੇ, ਘੋੜਾ ਕਿੰਨਾ ਦੌੜਦਾ ਹੈ ਨਾ। ਸੋ ਉਹ ਵੈਜੀਟੇਰੀਅਨ ਹੈ ਘੋੜਾ, ਸੋ ਉਹਨੂੰ ਸਾਰਾ ਪ੍ਰੋਟੀਨ ਸੋਰਸ ਉਹਦਾ ਘਾਹ ਤੋਂ ਮਿਲਦਾ। ਇੱਕ ਜਿਹੜੀ ਵੈਜੀਟੇਬਲ ਆ, ਜਿਹੜੀ ਬਹੁਤ ਜ਼ਿਆਦਾ, ਜਿਸ 'ਚ ਸਾਰੇ ਐਮੀਨੋ ਐਸਿਡ ਹੈਗੇ ਆ, 21 ਦੇ 21 ਜਿਹੜੇ ਹਿਊਮਨ ਬੋਡੀ ਨੂੰ ਚਾਹੀਦੇ, ਉਹ ਹੈਗੀ ਸੈਲਰੀ, CELERY। ਜਿਹੜੀ ਉਹ ਡੰਡੀਆਂ ਜਿਹੀਆਂ ਹੁੰਦੀਆਂ, ਸਸਤੀਆਂ ਵੀ ਮਿਲਦੀਆਂ, ਉਹ ਤੁਸੀਂ ਉੱਦਾਂ ਵੀ ਖਾ ਸਕਦੇ ਆ, ਜਾਂ ਤੁਸੀਂ ਡਿਪ ਸੌਸ ਦੇ ਨਾਲ ਵੀ ਖਾ ਸਕਦੇ, ਅਗਰ ਤੁਹਾਨੂੰ ਉਹਦਾ ਟੇਸਟ ਨਾ ਲੱਗੇ। ਦੇਖੋ, ਉਹ 'ਚ ਪ੍ਰੋਟੀਨ ਤਾਂ ਹੈਗਾ ਸਾਰਾ, ਨਾਲ ਉਹ 'ਚ ਫਾਈਬਰ ਆ, ਆਇਰਨ ਆ, ਵਾਈਟਮਿਨ ਆ, ਮਿਨਰਲ ਆ, ਐਂਟੀਆਕਸੀਡੈਂਟਸ ਹੈ, ਕੈਂਸਰ ਫਾਈਟਿੰਗ ਉਹਦੇ ਵਿੱਚ ਏਜੰਟਸ ਹੈਗੇ ਆ। ਈਵਨ ਬਰੋਕੋਲੀ 'ਚ ਕੈਂਸਰ ਫਾਈਟਿੰਗ ਏਜੰਟਸ ਹੈਗੇ ਆ। ਸੋ ਜਿਹੜੀਆਂ ਚੀਜ਼ਾਂ ਕੁਦਰਤੀ ਜ਼ਮੀਨ ਤੋਂ ਪੈਦਾ ਹੋ ਰਹੀਆਂ, ਉਹ 'ਚ ਸਾਰਾ ਕੁਝ ਹੈਗਾ। ਹੁਣ ਜਿਹੜੇ ਸਪਲੀਮੈਂਟ ਆ, ਮੈਂ ਕਹੂੰਗਾ ਵੀ ਸਿਰਫ ਉਹੀ ਲੋਕ ਯੂਜ਼ ਕਰਨ ਜਿਨ੍ਹਾਂ ਨੇ ਆਰਨਲਡ ਸ਼ਵਾਰਜ਼ਨੈਗਰ ਵਾਂਗਰ ਬੋਡੀ ਬਣਾ ਕੇ ਕੋਈ ਚੈਂਪੀਅਨਸ਼ਿਪ 'ਚ ਪਹਿਲੇ, ਦੂਜੇ ਜਾਂ ਤੀਜੇ ਸਥਾਨ 'ਤੇ ਹੋਣਾ। ਜਿਹੜਾ ਆਮ ਵਿਅਕਤੀ ਹੈਗਾ, ਜਿਹਦੇ ਵਿੱਚ ਅਸੀਂ ਸਾਰੇ ਹੁੰਦੇ 99.99%, ਉਹਨਾਂ ਨੂੰ ਸਪਲੀਮੈਂਟ ਲੈਣ ਦੀ ਕੋਈ ਵੱਡੀ ਲੋੜ ਨਹੀਂ ਹੈਗੀ। ਉਹਨਾਂ ਦੀ ਡਾਈਟ ਤੋਂ ਉਹਨਾਂ ਨੂੰ ਸਾਰਾ ਮਿਲ ਰਿਹਾ, ਕਿਉਂਕਿ ਇਹ ਜਿਹੜੀ ਬਾਹਰ ਜਿਹੜਾ ਸੌਦਾ ਵੇਚ ਰਿਹਾ ਰੈਗੂਲੇਟਿਡ ਨਹੀਂ ਆ, ਇਹਨੂੰ ਐਸਾ ਫੂਡ ਪ੍ਰੋਡਕਟ ਵੇਚਿਆ ਜਾਂਦਾ। ਹੁਣ ਪਤਾ ਨਹੀਂ ਕਿੱਥੋਂ ਬਣ ਕੇ ਆਉਂਦਾ, ਕੰਪਨੀਆਂ ਇੱਥੇ ਹੈਗੀਆਂ, ਲੇਕਿਨ ਮੈਨੂਫੈਕਚਰਿੰਗ ਪਤਾ ਨਹੀਂ ਕਿਹੜੀ ਕੰਟਰੀ ਤੋਂ ਹੋ ਕੇ ਆ ਰਿਹਾ, ਕਿਹੜੀ ਚੀਜ਼ਾਂ ਐਡ ਹੋ ਰਹੀਆਂ, ਕਿਹੜੇ ਵਾਤਾਵਰਨ 'ਚੋਂ ਬਣਿਆ। ਸੋ ਅਸੀਂ ਸਾਡੀ ਨਿਗਰਾਨੀ 'ਚ ਜਿਹੜਾ ਫੂਡ ਹੈਗਾ ਇੱਥੇ ਅਸੀਂ ਲੈਂਦੇ ਹਾਂ, ਆਪਣੀ ਅੱਖਾਂ ਦੇ ਨਾਲ ਦੇਖਦੇ ਹਾਂ, ਉਹ ਵਧੀਆ ਸੋਰਸ ਜੋ,
ਔਰ ਇੰਨੀ ਡਰਨ ਦੀ ਲੋੜ ਨਹੀਂ ਆ। ਜਿਮ ਦੇ ਵਿੱਚ ਵੀ ਅਗਰ ਜਾਂਦੇ ਆ, ਅਗਰ ਆਪਾਂ ਕਹਿੰਦੇ 1 ਘੰਟੇ ਦੀ ਆਪਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆ, ਉਹਦੇ 'ਚ 30 ਕੁ ਮਿੰਟ ਕਾਰਡੀਓ ਬਹੁਤ ਹੋ ਗਏ, ਜਿਹਦੇ ਵਿੱਚ ਤੁਸੀਂ ਸਾਈਕਲ ਚਲਾ ਲਓ, ਤੁਸੀਂ ਟ੍ਰੈਡਮਿਲ ਕਰ ਲਓ, ਜੋ ਮਰਜ਼ੀ ਕਰ ਲਓ, ਜਿਸ 'ਚ ਤੁਹਾਨੂੰ ਐਰੋਬਿਕ ਐਕਸਰਸਾਈਜ਼ ਹੋ। ਲੇਕਿਨ ਜਦੋਂ ਆਪਾਂ ਵੇਟ ਟ੍ਰੇਨਿੰਗ ਕਰਦੇ ਹਾਂ, ਜਿੰਨੀ ਆਪਾਂ ਵੇਟ ਟ੍ਰੇਨਿੰਗ ਕਰਾਂਗੇ ਉਹਨਾਂ ਮਸਲਸ ਮਜ਼ਬੂਤ ਹੋਊਗਾ। ਜਦੋਂ ਆਪਾਂ ਵੇਟ ਟ੍ਰੇਨਿੰਗ ਕਰਦੇ ਆ, ਮਸਲ ਦੇ ਸੂਖਸ਼ਮ ਪਾਰਟੀਕਲ ਟੁੱਟਦੇ ਆ, ਫਾਈਬਰਸ, ਉਹ ਜਦੋਂ ਰੀਬਿਲਡ ਹੁੰਦੇ ਆ, ਤੁਹਾਡੀ ਬੋਡੀ ਦੇ ਜਿਹੜੀ ਤੁਸੀਂ ਪ੍ਰੋਟੀਨ ਖਾਦੇ ਉਹਦੇ ਨਾਲ ਰੀਬਿਲਡ ਹੋ ਕੇ ਫਿਰ ਮਜ਼ਬੂਤ ਹੁੰਦੇ ਆ। ਜਿੰਨੇ ਤੁਸੀਂ ਡੰਬਲਸ ਚੁੱਕੋਗੇ ਉਹਨੇ ਡੋਲੇ ਮਜ਼ਬੂਤ ਹੋਣਗੇ। ਤੁਸੀਂ ਅਗਰ ਕਿਲੋ ਦੇ ਕਿਲੋ ਖਾਈ ਜਾਓ ਪ੍ਰੋਟੀਨ ਰੋਜ਼, ਹੈ ਨਾ, ਨਾਲ ਤੁਸੀਂ ਡੰਬਲਸ ਨਾ ਚੁੱਕੋ ਤੇ ਮਜ਼ਬੂਤ ਨਹੀਂ ਹੋਣਗੇ। ਨਾਲ ਐਕਸਰਸਾਈਜ਼ ਚਾਹੀਦੀ ਹੈ। ਅਗਰ ਤੁਸੀਂ ਵੈਜੀਟੇਬਲ ਪ੍ਰੋਟੀਨ ਖਾਓ, ਐਨੀਮਲ ਪ੍ਰੋਟੀਨ ਖਾਓ ਔਰ ਐਕਸਰਸਾਈਜ਼ ਨਾ ਕਰੋ ਤੇ ਡੋਲੇ ਨਹੀਂ ਬਣਨਗੇ। ਬਾਕੀ ਜਿੰਨੇ ਅਗਰ ਕੋਈ ਚੈਂਪੀਅਨਸ਼ਿਪ ਰਨ ਕਰਨੀ ਹੈ, ਫਿਰ ਉਹਦੇ ਕੋਲ ਟ੍ਰੇਨਰਸ ਹੁੰਦੇ ਆ, ਫਿਰ ਉਹ ਆਪਣਾ ਬਿਲਕੁਲ ਬਕਾਇਦਾ ਹਿਸਾਬ ਕਿਤਾਬ ਰੱਖਦੇ ਆ ਵੀ ਇੰਨੀ ਮੈਜਰਮੈਂਟਸ ਚਾਹੀਦੀ ਆ, ਔਰ ਉਹ 2 ਗ੍ਰਾਮ ਪਰ ਕਿਲੋ ਪ੍ਰੋਟੀਨ ਲੈਂਦੇ ਆ। ਸਾਡੇ ਲਈ ਜ਼ਿਆਦਾ ਪ੍ਰੋਟੀਨ ਵੀ ਚੰਗੀ ਗੱਲ ਨਹੀਂ ਹੈ, ਕਿਉਂਕਿ ਕਲੀਅਰੈਂਸ ਨੇ ਫਿਰ ਕਿਡਨੀ 'ਚ ਕਰਨੀ ਹੈ, ਕਿਡਨੀ ਦੇ ਉੱਤੇ ਲੋਡ ਪੈਂਦਾ, ਪਿਸ਼ਾਬ 'ਚ ਮੁਸ਼ਕ ਜ਼ਿਆਦਾ ਹੁੰਦੀ ਹੈ ਕਿਉਂਕਿ ਨਾਈਟ੍ਰੋਜਨ ਲੋਡ ਬਾਡੀ 'ਚ ਪੈਂਦਾ। ਹਾਲਾਂਕਿ ਕੋਈ ਜ਼ਿਆਦਾ ਪਬਲਿਸ਼ਡ ਰਿਸਰਚ ਨਹੀਂ ਹੈ, ਲੇਕਿਨ ਕਿਉਂ ਬਾਡੀ ਨੂੰ ਅਸੀਂ ਤੰਗ ਕਰਨਾ ਐਕਸਟਰਾ ਡੋਪ ਜਾਂ ਐਕਸਟਰਾ ਪ੍ਰੋਟੀਨ ਉਹਦੇ ਉੱਤੇ ਪਾ ਕੇ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।